ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਸਿਆਸੀ ਮਾਹਰ ਡਾਕਟਰ ਹਰਜਿੰਦਰਪਾਲ ਸਿੰਘ ਵਾਲੀਆ ਮੌਜੂਦ ਨੇ। ਵੱਡੀਆਂ ਖਬਰਾਂ ਤੇ ਵੱਡੇ ਮੁੱਦਿਆਂ ਉੱਤੇ ਚਰਚਾ ਕਰਾਂਗੇ। ਸਵਾਗਤ ਹੈ ਤੁਹਾਡਾ ਵਾਲੀਆ ਸਾਹਿਬ। ਸ਼ੁਕਰੀਆ ਜੀ ਸੁਖਵਿੰਦਰ। ਧੰਨਵਾਦ ਵਾਲੀਆ ਸਾਹਿਬ। ਸਭ ਤੋਂ ਪਹਿਲਾਂ ਇੱਕ ਜਿਹੜੀ ਖਬਰ ਚਰਚਾ ਦੇ ਵਿੱਚ, ਜਦੋਂ ਸਰਕਾਰ ਸੱਤਾ 'ਚ ਨਹੀਂ ਸੀ ਉਦੋਂ ਵੀ ਤੇ ਜਦੋਂ ਤੋਂ ਸੱਤਾ ਦੇ ਵਿੱਚ ਆਏ ਨੇ, ਇਹ ਕਹਿੰਦੇ ਸੀ ਕਿ 36,000 ਕੱਚੇ ਮੁਲਾਜ਼ਮਾਂ ਨੂੰ ਪੱਕਿਆਂ ਕਰਨਾ। ਚੁਣੌਤੀਆਂ ਤਾਂ ਬੜੀਆਂ ਨੇ, ਉਹਨੂੰ ਲੈ ਕੇ ਇਹਨਾਂ ਦੀ ਸਬ ਕਮੇਟੀ ਦੀ ਮੀਟਿੰਗ ਵੀ ਹੋਈ ਹੈ। ਉਮੀਦ ਜਾਗ ਗਈ ਹੈ ਕੱਚੇ ਮੁਲਾਜ਼ਮਾਂ ਨੂੰ ਕਿ ਸਾਨੂੰ ਜਿਹੜਾ ਉਹ ਸਰਕਾਰ ਇਨਸਾਫ ਦੇਵੇਗੀ। ਪਰ ਦੂਜੇ ਬੰਨੇ ਜਿਹੜਾ ਮੁੱਖ ਮੰਤਰੀ ਸਾਹਿਬ ਦੀ ਕੋਠੀ ਦੇ ਬਾਹਰ ਤੁਸੀਂ ਦੇਖਿਆ ਹੋਣਾ ਕਿਵੇਂ ਡਾਂਗ ਸੁੱਟਾ ਖੜਕਿਆ, ਸਿਰ ਦੇ ਵਿੱਚ ਵੀ ਕਹਿੰਦੇ ਡਾਂਗਾ ਵੱਜੀਆਂ। ਉੱਥੇ ਬੇਰੁਜ਼ਗਾਰ ਧੜੱਲੇ ਨਾਲ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਨੇ। ਪੁਲਿਸ ਦੇ ਨਾਲ ਤਕਰੀਬਨ ਰੋਜ਼ ਵਾਂਗੂ ਹੀ ਹੋ ਗਿਆ ਕਿ ਉਹਨਾਂ ਦਾ ਟਕਰਾਅ ਹੁੰਦਾ ਰਹਿੰਦਾ। ਦੇਖੋ, ਗੱਲ ਇਹ ਹੈ ਕਿ ਜਿਹੜੇ ਬੇਰੁਜ਼ਗਾਰ ਟੀਚਰ ਨੇ ਟੈਟ ਪਾਸ, ਇਹਨਾਂ ਦੀ ਕਿਸਮਤ 'ਚ ਡਾਂਗਾਂ ਨੇ ਨੌਕਰੀਆਂ ਦੀ ਬਜਾਏ। ਤੇ ਪਹਿਲਾਂ ਡਾਂਗਾਂ ਇਹਨਾਂ ਨੇ ਖਾਧੀਆਂ ਕਦੇ ਵਿਜੇਂਦਰ ਸਿੰਗਲਾ, ਕਦੇ ਜਦੋਂ ਚਰਨਜੀਤ ਚੰਨੀ ਸੀ ਤੇ ਕਾਂਗਰਸ ਦੀ ਸਰਕਾਰ ਵੇਲੇ ਡਾਂਗਾਂ ਖਾਧੀਆਂ, ਪ੍ਰਗਟ ਸਿੰਘ ਵੇਲੇ ਵੀ ਖਾਧੀਆਂ। ਤੇ ਫਿਰ ਜਦੋਂ ਹੁਣ ਇਹ ਸਰਕਾਰ ਬਣੀ, ਮੀਤ ਹੇਅਰ ਦੇ ਘਰ ਦੇ ਸਾਹਮਣੇ ਵੀ ਤੇ ਮੁੱਖ ਮੰਤਰੀ ਦੇ ਘਰ ਦੇ ਸਾਹਮਣੇ ਵੀ ਮੰਗ ਉਹਨਾਂ ਦੀ ਜਾਇਜ਼ ਇਸ ਕਰਕੇ ਹੈ ਕਿ ਉਹ ਜਾਣ ਕਿੱਥੇ। ਉਹਨਾਂ ਨੇ ਸਾਰੇ ਟੈਟ ਤੇ ਜਿਹੜੇ ਟੈਸਟ ਸੀ ਉਹ ਪਾਸ ਕਰ ਲਏ ਨੇ ਤੇ ਉਹ ਚਾਹੁੰਦੇ ਨੇ ਕਿ ਉਹਨਾਂ ਦੀ ਇੱਕ ਤਾਂ ਅਸਾਮੀਆਂ ਜੇ ਖਾਲੀ ਪਈਆਂ ਨੇ ਉਹ ਭਰੋ, ਦੂਜਾ ਉਹ ਕਹਿੰਦੇ ਨੇ ਕਿ ਲਿਖਤੀ ਟੈਸਟ ਸਾਡੇ ਜਲਦੀ ਲਓ। ਸਰਕਾਰ ਨਹੀਂ ਕਰਨਾ ਚਾਹੁੰਦੀ ਕਿਉਂਕਿ ਸਰਕਾਰ ਨੂੰ ਪਤਾ ਹੈ ਕਿ ਪੈਸਾ ਕਿੱਥੋਂ ਆਊਗਾ, ਕਿਵੇਂ ਅਸੀਂ ਰੱਖਾਂਗੇ। ਸਰਕਾਰ ਦੀ ਤਰਜੀਹ ਸਿੱਖਿਆ ਹੋ ਸਕਦੀ ਹੈ, ਪਰ ਪੜ੍ਹਾਉਣ ਵਾਲੇ ਤਰਜੀਹ ਨਹੀਂ ਹੋ ਸਕਦੇ, ਅਧਿਆਪਕ ਤਰਜੀਹ ਨਹੀਂ ਹੋ ਸਕਦੇ। ਸਿੱਖਿਆ ਤੇ ਸਿਹਤ ਦੇ ਨਾਂ ਤੇ ਸਰਕਾਰ ਜਿਹੜੀ ਹੈ ਉਹ ਵੋਟਾਂ ਲੈ ਸਕਦੀ ਹੈ, ਪਰ ਇਹ ਕਿਤੇ ਵੀ ਨਹੀਂ ਉਹਨਾਂ ਨੇ ਕਿਹਾ ਕਿ ਅਸੀਂ ਸਾਰੇ ਜਿਹੜੇ ਐਲੀਜੀਬਲ ਬੰਦੇ ਨੇ, ਨਾ ਹੀ ਪੋਸੀਬਲ ਹੈ ਨਾ ਹੀ ਹੁੰਦਾ। ਦੇਖੋ, ਪੋਸੀਬਲ ਤਾਂ ਵੈਸੇ ਵੀ ਨਹੀਂ ਹੋਣਾ। ਇਹ ਸਾਲ ਇਹ ਆਪਾਂ ਕਦੇ ਸੋਚਿਆ ਨਹੀਂ, ਔਰ ਆਪਾਂ ਇਕੱਲੇ ਨਾ, ਸਰਕਾਰਾਂ ਦੀ ਤਾਂ ਕੋਈ ਇਸ ਕਿਸਮ ਦੀ ਤਰਜੀਹ ਨਹੀਂ ਹੁੰਦੀ, ਜ਼ਿੰਮੇਵਾਰੀ ਨਹੀਂ ਹੁੰਦੀ। ਮੈਂ 11 ਜੁਲਾਈ ਨੂੰ ਸੁਖਵਿੰਦਰ ਜੀ ਆਬਾਦੀ, ਜਿਹੜਾ ਵਿਸ਼ਵ ਆਬਾਦੀ ਦਿਵਸ ਹੁੰਦਾ ਹੈ, ਜਿਹੜੀ ਵਰਲਡ ਪਾਪੂਲੇਸ਼ਨ ਡੇ ਹੁੰਦਾ, ਤੇ ਉਹਦੇ ਵਿੱਚ ਜਿਹੜੇ ਇਸ ਵਾਰ ਅੰਕੜੇ ਆਏ ਨੇ 11 ਜੁਲਾਈ ਨੂੰ, ਬਾਈ ਗੋਡ ਜੇ ਤੁਸੀਂ ਸਹੀ ਤਰੀਕੇ ਨਾਲ ਦੇਖੋ ਤਾਂ ਤੁਹਾਨੂੰ ਲੱਗੂਗੇ ਅਸੀਂ ਕਿਸ ਪਾਸੇ ਨੂੰ ਜਾ ਰਹੇ ਹਾਂ ਤੇ ਸਾਡੀਆਂ ਸਰਕਾਰਾਂ ਕਰ ਕੀ ਰਹੀਆਂ ਨੇ। ਹਾਲੇ ਤੱਕ ਮੈਂ ਕਿਸੇ ਵੀ ਸਰਕਾਰ ਦੇ ਮੈਨੀਫੈਸਟੋ ਦੇ ਵਿੱਚ ਇਹ ਨਹੀਂ ਦੇਖਿਆ ਕਿ ਅਸੀਂ ਪਾਪੂਲੇਸ਼ਨ ਕੰਟਰੋਲ ਕਰਨ ਲਈ ਕੋਈ ਕਦਮ ਚੁੱਕਾਂਗੇ। ਪਰਿਵਾਰ ਨਿਯੋਜਨ ਦੀਆਂ ਗੱਲਾਂ ਬੜੀਆਂ ਹੋਈਆਂ, ਐਡ ਬੜੀਆਂ ਆਉਂਦੀਆਂ ਨੇ, ਲੇਕਿਨ ਉਹਨਾਂ ਦੀ ਤਰਜੀਹ ਕਦੇ ਵੀ ਨਹੀਂ ਬਣੀ। ਹੁਣ ਤੁਸੀਂ ਕਿਵੇਂ ਨੌਕਰੀਆਂ ਦੇ ਦੋਗੇ? 2 ਕਰੋੜ ਨੌਕਰੀਆਂ ਨੂੰ ਸਾਦੀਆਂ ਨੂੰ ਦੇ ਕੇ ਮੋਦੀ ਸਾਹਿਬ ਆ ਜਾਣ ਕੇਂਦਰ ਦੇ ਵਿੱਚ, ਜਾਂ ਪੰਜਾਬ ਦੇ ਵਿੱਚ ਆ ਜਾਣ ਜੇ ਅਸੀਂ ਬੇਰੁਜ਼ਗਾਰਾਂ ਨੂੰ। ਉਦੋਂ ਤਾਂ ਕੇਜਰੀਵਾਲ ਸਾਹਿਬ ਆ ਜਿਨ੍ਹਾਂ ਨੂੰ ਡਾਂਗਾ ਮਾਰਦੇ ਨੇ, ਟੈਂਕੀ ਤੋਂ ਲਾ ਲਿਆ ਸੀ ਤੁਸੀਂ ਸਾਡੀਆਂ ਭੈਣਾਂ, ਤੇ ਉਹੀ ਭੈਣਾਂ ਦੇ ਹੁਣ ਜਿਹੜੇ ਦੁਪੱਟੇ ਪਾੜੇ ਜਾ ਰਹੇ ਨੇ, ਉਹਨਾਂ ਭਰਾਵਾਂ ਦੇ ਪੱਗਾਂ ਜਿਹੜੀਆਂ ਰੋੜ ਲਈਆਂ ਨੇ। ਇਹ ਪੋਸੀਬਲ ਇਸ ਕਰਕੇ ਨਹੀਂ ਕਿ ਸਰਕਾਰਾਂ ਲੋਕਾਂ ਨੂੰ ਨਹੀਂ ਦੱਸਦੀਆਂ ਕਿ ਜਿਹੜਾ ਮੁੱਢਲਾ ਬੁਨਿਆਦੀ ਜਿਹੜਾ ਨੁਕਤਾ ਹੈ ਉਹ ਇਹ ਹੈ ਕਿ ਸਾਡੀ ਆਬਾਦੀ ਬਹੁਤ ਵੱਧ ਰਹੀ ਹੈ। ਦੇਖੋ ਤੁਸੀਂ, ਇਹ ਜਿਹੜਾ ਵਰਲਡ ਡੇ ਤੇ ਅੰਕੜਾ ਆਇਆ ਹੈ ਕਿ ਨਵੰਬਰ, ਇਸ ਸਾਲ ਦੇ ਨਵੰਬਰ 'ਚ ਅਸੀਂ 1 ਅਰਬ ਤੇ 40 ਕਰੋੜ ਹੋ ਜਾਣਾ ਹੈ। 1 ਅਰਬ 40 ਕਰੋੜ, ਔਰ ਅਸੀਂ ਅਗਲੇ ਸਾਲ ਦੁਨੀਆ ਦਾ ਸਭ ਤੋਂ ਪਾਪੂਲੇਸ਼ਨ ਵਾਲਾ ਮੁਲਕ ਬਣਨਾ ਹੈ। ਅਸੀਂ ਚਾਈਨਾ ਨੂੰ ਪਿੱਛੇ ਛੱਡ ਰਹੇ ਹਾਂ। ਜਿਹੜੀ ਦੁਨੀਆ ਸਾਡੀ ਹੈ ਉਹਦੇ 'ਚ ਟੋਟਲ ਦੁਨੀਆ ਦੀ ਆਬਾਦੀ 8 ਅਰਬ ਹੈ, ਸਾਡੀ 1 ਅਰਬ 40 ਕਰੋੜ, ਔਰ ਸਾਡੀ ਜਿਹੜੀ ਆਬਾਦੀ ਅਸੀਂ 18% ਆ ਦੁਨੀਆ ਦਾ, ਤੇ ਦੁਨੀਆ ਦੇ ਖੇਤਰਫਲ ਜੋ ਇੰਡੀਆ ਦੇ ਵਿੱਚ ਹੈ ਉਹ 2.5% ਹੈ। ਔਰ ਜਿਹੜਾ ਕੁਝ ਪੰਜਾਬ 'ਚ ਹੋ ਰਿਹਾ ਉਹ ਕਮਾਲ ਹੈ। ਪੰਜਾਬ ਦੇ ਵਿੱਚ ਆਬਾਦੀ ਸਥਿਰ ਹੈ, ਰਲਕਲ ਪੂਰੀ ਨਹੀਂ, ਘੱਟ ਹੈ, ਲੇਕਿਨ ਪੰਜਾਬ ਦੀ ਆਬਾਦੀ ਇਸ ਕਰਕੇ ਵੱਧ ਰਹੀ ਹੈ ਕਿ ਆਏ ਸਾਲ ਉੱਥੇ 10-12 ਲੱਖ ਜਿਹੜੇ ਬੰਦੇ ਪੰਜਾਬ 'ਚ ਆ ਜਾਂਦੇ ਨੇ ਮਜ਼ਦੂਰ ਦੇ ਰੂਪ 'ਚ, ਪ੍ਰਵਾਸੀ ਮਜ਼ਦੂਰਾਂ ਦੇ ਰੂਪ 'ਚ, ਤੇ 3 ਲੱਖ ਪੰਜਾਬੀ ਬਾਹਰ ਚਲਾ ਜਾਂਦਾ ਹੈ। ਇਸ ਕਰਕੇ ਪੰਜਾਬ ਵੀ ਵੱਧ ਰਿਹਾ ਹੈ। ਤੇ ਉਹ ਜਿਹੜਾ ਵੱਧ ਰਿਹਾ ਉਹਨਾਂ 'ਚੋਂ ਬਹੁਤ ਸਾਰੀਆਂ ਨੌਕਰੀਆਂ ਤਾਂ ਉਹੀ ਲੈ ਜਾਂਦੇ ਨੇ। ਆ ਤੁਸੀਂ ਦੇਖ ਲਓ ਪ੍ਰਾਈਵੇਟ ਨੌਕਰੀਆਂ,
ਵੈਸੇ ਆਉਂਦੇ ਜਾਂਦੇ ਸਰਵੇ ਕੀਤਾ ਜਾ ਸਕਦਾ ਕਿ ਜਿਹੜੇ ਨੌਕਰੀਆਂ ਢਾਬਿਆਂ ਤੋਂ ਲੈ ਕੇ ਪੈਟਰੋਲ ਪੰਪਾਂ ਤੋਂ ਲੈ ਕੇ ਜਿੰਨੇ ਵੀ ਤੁਹਾਨੂੰ ਰੋਡ ਸਾਈਡ ਬਿਜ਼ਨਸ ਮਿਲਣਗੇ ਉਹਨਾਂ 'ਚ, ਜਿੰਨੀਆਂ ਸਬਜ਼ੀ ਵਾਲੀਆਂ ਰੇਹੜੀਆਂ ਮਿਲਣਗੀਆਂ ਉਹਨਾਂ 'ਚ, ਜਿੰਨੇ ਆ ਕਲੀ ਕਰਨ ਵਾਲੇ ਨੇ, ਪੇਂਟ ਕਰਨ ਵਾਲੇ ਨੇ, ਕੋਈ ਪੰਜਾਬੀ ਨਜ਼ਰ ਆਉਂਦਾ, ਕੋਈ ਰਕਸ਼ਾ ਚਲਾਉਣ ਵਾਲਾ ਨਜ਼ਰ ਆਉਂਦਾ। ਇਹਦਾ ਮਤਲਬ ਕਿ ਨਾ ਸਰਕਾਰੀ ਨੌਕਰੀਆਂ ਦੇ ਵਿੱਚ ਹਾਲ ਇਹ ਹੈ, ਪੰਜਾਬੀ ਯੂਨੀਵਰਸਿਟੀ ਦੇ ਵਿੱਚ ਉੱਤਰਾਖੰਡ ਦੇ ਤੇ ਜਿਹੜੇ ਨੌਨ ਪੰਜਾਬੀ ਨੇ ਉਹਨਾਂ ਦੀ ਵੱਖਰੀ ਜਥੇਬੰਦੀ ਹੈ ਔਰ ਇਲੈਕਸ਼ਨ ਦੇ ਵਿੱਚੋਂ ਵੱਖਰੇ ਬੰਦੇ ਖੜੇ ਕਰਕੇ ਜਿੱਤਦੇ ਨੇ। ਘੱਟੋ ਘੱਟ ਨੌਨ ਟੀਚਿੰਗ 'ਚ ਉਹਨਾਂ ਦਾ ਇਸ ਤਰ੍ਹਾਂ ਦਾ ਦਬਦਬਾ ਬਣ ਗਿਆ। ਸੋ ਨੌਕਰੀ ਨਾ ਸਰਕਾਰੀ ਨਾ ਜਿਹੜੀ ਪ੍ਰਾਈਵੇਟ, ਤੇ ਜਿਹੜੀਆਂ ਫੈਕਟਰੀਆਂ ਲੱਗਦੀਆਂ ਨੇ ਪ੍ਰਾਈਵੇਟ ਬੰਦੇ ਉਹਦੇ 'ਚ ਨੌਕਰੀਆਂ ਲਵਾ ਲੈਂਦੇ ਨੇ। ਹੁਣ ਤਾਂ ਜਿਹੜੇ ਇਹਨਾਂ ਨੇ ਸਰਕਾਰ ਕੈਪਟਨ ਸਾਹਿਬ ਦੇ ਟਾਈਮ ਪੁਲਿਸ ਵਾਲੇ ਰੱਖੇ ਸੀ ਉਹ ਹੁਣ ਤੱਕ ਰੌਲਾ ਪੈਂਦਾ ਕਿ ਕਿੰਨੇ ਪੰਜਾਬੀ ਨੇ, ਦੱਸ ਦਿਓ ਜੀ ਤੁਸੀਂ ਉਹਨਾਂ 'ਚੋਂ। ਤੋ ਇਹ ਸਾਰੀਆਂ ਗੱਲਾਂ 'ਚ ਨੌਕਰੀਆਂ ਤਾਂ ਮਿਲਦੀਆਂ ਨਹੀਂ। ਹੁਣ ਗੱਲ ਇਹ ਕਹੀ ਜਾਂਦੇ ਜੀ ਅਸੀਂ ਤੁਹਾਨੂੰ ਰੁਜ਼ਗਾਰ ਕਿੱਥੋਂ ਦੇ ਦੋਗੇ ਰੁਜ਼ਗਾਰ? ਜਦੋਂ ਦੇਸ਼ ਦੀ ਆਬਾਦੀ ਇੰਨੀ ਵੱਧ ਗਈ ਤਾਂ ਉਹਦੇ ਨਾਲ ਭੁੱਖਮਰੀ ਦਾ ਵਧਣਾ, ਉਹਦੇ ਨਾਲ ਬੇਰੁਜ਼ਗਾਰੀ ਦਾ ਵਧਣਾ, ਉਹਦੇ ਨਾਲ ਜਿਹੜਾ ਹੈ ਗਰੀਬੀ ਦਾ ਵਧਣਾ, ਇਹ ਤੈਅ ਹੈ। ਤੇ ਇਹਨੂੰ ਅਸਲ ਬੇਸਿਕ ਪ੍ਰੋਬਲਮ ਵੱਲ ਨੂੰ ਜਾਣਾ ਚਾਹੀਦਾ, ਜਿਹੜੇ ਅਸੀਂ ਨਹੀਂ ਜਾਂਦੇ। ਖੈਰ, ਜਿਹੜਾ ਤੁਸੀਂ ਸਵਾਲ ਕੀਤਾ ਆਪਾਂ ਉਧਰ ਨੂੰ ਆਈਏ। ਸਵਾਲ ਤੁਸੀਂ ਕੀਤਾ 36,000 ਮੁਲਾਜ਼ਮਾਂ ਦਾ ਪੱਕਾ ਕਰਨ ਦਾ। ਦੇਖੋ 36,000 ਮੁਲਾਜ਼ਮ ਪੱਕੇ ਮੇਰੇ ਹਿਸਾਬ ਨਾਲ ਨਹੀਂ ਹੋਣੇ। ਕਿਉਂ ਨਹੀਂ ਹੋਣੇ? ਮੈਂ ਦਿਲ ਨਹੀਂ ਤੋੜਦਾ ਉਹਨਾਂ ਦਾ, ਮੈਂ ਚਾਹੁੰਦਾ ਹੋ ਜਾਣ, ਪਰ ਹੋਣਗੇ ਉਹੀ ਜਿਹੜੇ ਸਾਰੀਆਂ ਸ਼ਰਤਾਂ ਪੂਰੀਆਂ ਕਰਨਗੇ। ਹੁਣ ਦੁੱਖ ਤਾਂ ਇਸ ਗੱਲ ਦਾ ਹੈ ਜਿਹੜੇ ਠੇਕੇ ਤੇ ਜਿਹੜੇ ਕੱਚੇ ਰੱਖੇ ਜਾਂਦੇ ਨੇ ਉਹਨੂੰ ਆਮ ਤੌਰ ਤੇ ਬੈਕਡੋਰ ਐਂਟਰੀ ਕਿਹਾ ਜਾਂਦਾ ਹੈ। ਉਹਦੇ ਵਿੱਚ ਨਾ ਤਾਂ ਬਹੁਤ ਵਾਰ ਐਡ ਹੁੰਦੀ ਹੈ, ਨਾ ਹੀ ਬਹੁਤ ਵਾਰ ਇੰਟਰਵਿਊ ਹੁੰਦੀ ਹੈ। ਤੇ ਜੇ ਇੰਟਰਵਿਊ ਹੁੰਦੀ ਹੈ ਤਾਂ ਕਿੰਨੇ ਦਿਨ ਪਹਿਲਾਂ ਐਡ ਕੀਤੀ ਗਈ, ਕਿੰਨੇ ਬੰਦਿਆਂ ਨੇ ਅਪਲਾਈ ਕੀਤਾ, ਇਹ ਸਾਰੀਆਂ ਸ਼ਰਤਾਂ ਜਿਹੜੀਆਂ ਨੇ ਇਹ ਹੋਣੀਆਂ ਚਾਹੀਦੀਆਂ ਨੇ। ਫੇਰ ਕਹਿ ਸਕਦੇ ਹਾਂ ਕਿ ਉਹ ਪੱਕੇ ਹੋ ਜਾਣਗੇ। ਹੁਣ ਉਹਨਾਂ 'ਚ ਇਹ ਹੈ ਕਿ ਹਾਈ ਕੋਰਟ ਦਾ ਡਿਸੀਜਨ ਵੀ, ਸੁਪਰੀਮ ਕੋਰਟ ਦਾ ਡਿਸੀਜਨ ਵੀ, ਉਹਨਾਂ ਨੂੰ ਮੀਟ ਕਰਨਾ ਹੋਵੇਗਾ। ਉਹ ਸ਼ਰਤਾਂ ਪੂਰੀਆਂ ਕਰਨ ਵਾਲੇ ਕਿੰਨੇ ਕੁ ਲੋਕ ਨੇ? ਅਸਲ ਦੇ ਵਿੱਚ ਜਿਹੜੀ ਇਹਨਾਂ ਦੀ ਕਮੇਟੀ ਬਣੀ ਹੈ ਉਹ ਇਹੀ ਕਹਿ ਰਹੀ ਹੈ ਜਿਹਨੇ 19 ਜੁਲਾਈ ਤੱਕ ਇਹ ਫੈਸਲੇ ਕਰਨੇ ਨੇ ਕਿੰਨੇ ਕੁ ਬੰਦੇ ਪੱਕੇ ਹੋ ਸਕਣਗੇ। ਮੇਰੀ ਜਿਹੜੀ ਰਾਏ ਆ ਉਹਦੇ ਮੁਤਾਬਕ ਜ਼ਿਆਦਾ ਨਹੀਂ, ਕਿਉਂਕਿ ਜ਼ਿਆਦਾ ਮੈਨੂੰ ਲੱਗਦਾ ਬੈਕਡੋਰ ਐਂਟਰੀ ਵਾਲੇ ਹੁੰਦੇ ਨੇ ਇਹ। ਬਾਕੀ ਲੱਗ ਜੂਗਾ ਪਤਾ ਕਿ 36,000 ਨੂੰ ਕਰਦੇ ਨੇ ਕਿ 3600 ਨੂੰ ਕਰਦੇ ਨੇ। ਜੀ ਪਾਲੀਆ ਸਾਹਿਬ, ਇੱਕ ਤੁਹਾਡੀ ਇਸ ਜਵਾਬ ਦੇ ਵਿੱਚੋਂ ਬੜੀ ਅਹਿਮ ਗੱਲ ਸਾਹਮਣੇ ਆਉਂਦੀ ਹੈ ਕਿ ਜਦੋਂ ਤੁਸੀਂ ਗੱਲ ਕਰਦੇ ਹੋ ਕਿ ਬੇਰੁਜ਼ਗਾਰੀ ਨਾਲ ਗੱਲ ਹੁੰਦੀ ਹੈ ਜਨਸੰਖਿਆ ਵਧਣਾ। ਫਿਰ ਜਦੋਂ ਪੰਜਾਬ ਦੀ ਗੱਲ ਕਰਦੇ ਹੋ ਕਿ ਇੱਥੋਂ ਨੌਜਵਾਨ ਜਿਹੜੇ ਨੇ ਉਹ ਵਿਦੇਸ਼ਾਂ ਵਿੱਚ ਜਾ ਰਹੇ ਨੇ, ਬਾਹਰਲੇ ਪ੍ਰਵਾਸੀ ਜਿਹੜੇ ਨੇ ਉਹ ਆ ਕੇ ਪੰਜਾਬ 'ਚ ਪਲਾਨ ਕਰ ਰਹੇ ਨੇ, ਜਿਹੜੇ ਯੂਪੀ ਬਿਹਾਰ ਦੇ ਜਾਂ ਹੋਰ ਸੂਬਿਆਂ ਦੇ ਵੀ ਹੈਗੇ ਨੇ। ਇੱਕ ਰਿਪੋਰਟਾਂ ਹੋਰ ਚਰਚਾ ਵਿੱਚ ਚੱਲ ਰਹੀਆਂ ਨੇ ਕਿ ਬਾਹਰਲੇ ਸੂਬਿਆਂ ਦੇ ਜਿਹੜੇ ਆ ਕੇ ਨੌਜਵਾਨ ਇੱਥੇ ਭਰਤੀ ਹੋ ਰਹੇ ਨੇ, ਉਹਨਾਂ ਨੂੰ ਉਹ ਗੈਰ ਪੰਜਾਬੀ ਨੇ, ਉਹ ਫਿਰ ਉਹਨਾਂ ਨੂੰ ਐਡਜਸਟ ਵੀ ਕੀਤਾ ਜਾ ਰਿਹਾ। ਇਹ ਵੀ ਤਾਂ ਹੈ ਨਾ, ਸਰਕਾਰ ਤੇ ਇਹ ਵੀ ਸਵਾਲ ਉੱਠਦਾ ਹੈ ਕਿ ਤੁਸੀਂ ਗੈਰ ਪੰਜਾਬੀਆਂ ਦੇ ਉੱਤੇ ਕਿਉਂ ਨਹੀਂ ਉਸ ਪਾਸੇ ਵੱਲ ਨੂੰ ਸੋਚਦੇ ਕਿ ਪੰਜਾਬੀਆਂ ਨੂੰ ਨੌਕਰੀਆਂ ਦਿਓ, ਨਾ ਉਹ ਬਾਹਰ ਜਾਣ, ਫਿਰ ਨਾਲੇ ਤੁਹਾਡਾ ਪੰਜਾਬ ਦੇ ਵਿੱਚ ਪੰਜਾਬ ਬਣਿਆ ਰਹੂਗਾ। ਰੰਗਲਾ ਪੰਜਾਬ ਜਿਹਦੀ ਗੱਲ ਕਰਦੇ ਹੋ। ਦੇਖੋ ਤਾਂ ਕਈ ਕਾਰਨ ਨੇ। ਜਿਹੜੇ ਹੁਣ ਬੰਦੇ ਜਿਨ੍ਹਾਂ ਨੇ ਵਿਧਾਨ ਸਭਾ ਦੇ ਵਿੱਚ ਜਿਹਦੀ ਕੁਲਤਾਰ ਸਿੰਘ ਸੰਧਵਾ ਕਹਿੰਦੇ ਨੇ ਮੈਂ ਜਾਂਚ ਕਰਾ ਰਿਹਾ, ਉਹਦੇ ਵਿੱਚ ਤਾਂ ਇਹੀ ਕੁਛ ਹੋਇਆ। ਜੇ ਤੁਹਾਡੇ ਘਰ ਦੇ ਵਿੱਚ ਕੋਈ ਤੁਹਾਡਾ ਰਸੋਈਆ ਕੰਮ ਕਰ ਰਿਹਾ ਤੇ ਰਸੋਈਆ ਤੁਹਾਡੀ ਸੇਵਾ ਕਰਦਾ, ਉਹ ਉੱਤਰਾਖੰਡ ਤੋਂ ਆਮ ਤੌਰ ਤੇ ਨੇਪਾਲੀ ਹੁੰਦੇ ਨੇ ਜਾਂ ਉੱਤਰਾਖੰਡ ਹੁੰਦੇ ਨੇ ਕੁੱਕ, ਉਹ ਫਿਰ ਕਹਿ ਦਿੰਦਾ ਜੀ ਮੇਰੇ ਬੱਚੇ को नौकरी दे दो, वो तो यहीं पढ़ा है, ਤੇ ਉਹਨੂੰ ਫਿਰ ਨੌਕਰੀ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਦੇ ਕੇਸ ਮੈਂ ਤਾਂ ਯੂਨੀਵਰਸਿਟੀ ਦੀ ਪਹਿਲੇ ਐਗਜ਼ਾਮਪਲ ਦੇ ਕੇ ਹਟੇ ਕਿ ਬਹੁਤ ਵੱਡੀ ਗਿਣਤੀ 'ਚ ਹੁਣ ਤਾਂ ਉਹ ਆਏ ਤਾਂ ਹੀ ਸੀ, ਕੋਈ ਸੇਵਾਦਾਰ, ਕੋਈ ਕੱਚਾ ਲੱਗ ਗਿਆ ਫਿਰ ਪੱਕਾ ਹੋ ਗਿਆ, ਉਸ ਤੋਂ ਬਾਅਦ ਉਹਨਾਂ ਦੇ ਬੱਚੇ ਪੜ੍ਹ ਗਏ, ਕੋਈ ਬੀਟੈਕ ਕਰ ਗਿਆ ਤੇ ਹੁਣ ਉਹ ਨੌਕਰੀਆਂ ਦੇ ਕਾਬਿਲ ਹੋ ਗਏ। ਉਹਨਾਂ ਦੇ ਸਾਰਾ ਕੁਝ ਜਿਹੜੀਆਂ ਸ਼ਰਤਾਂ ਪੂਰੀਆਂ ਕਰਦੇ ਨੇ। ਇੱਕ ਤਰੀਕਾ ਇਹ। ਦੂਜਾ ਤਰੀਕਾ IAS। ਮੈਂ ਇੱਕ ਵਾਰੀ ਗਿਣ ਰਿਹਾ ਸੀ ਸਾਡੇ ਪੰਜਾਬ ਦੇ ਉਸ ਵੇਲੇ 22 ਜ਼ਿਲ੍ਹਿਆਂ 'ਚ ਸ਼ਾਇਦ 1 ਜਾਂ 2 IAS ਸਾਡੇ ਪੰਜਾਬੀ ਸੀ, ਬਾਕੀ ਸਾਰੇ ਬਾਹਰਲੇ ਕੇਡਰ ਦੇ ਸੀ। ਤੇ ਇਸੇ ਤਰੀਕੇ ਨਾਲ ਜਿਹੜਾ ਹੈ IPS। ਜਦੋਂ ਕੋਈ ਬਿਊਰੋਕਰੈਟ ਬਾਹਰੋਂ ਆਉਂਦਾ ਉਹ ਤਰਜੀਹ ਦਿੰਦਾ ਆਪਦੇ ਬੰਦਿਆਂ ਨੂੰ। ਤੋਂ ਇਸ ਤਰੀਕੇ ਨਾਲ ਇਸੇ ਤਰ੍ਹਾਂ ਜਿਹੜੀਆਂ ਫੈਕਟਰੀਆਂ ਲੱਗਦੀਆਂ ਨੇ ਪੰਜਾਬ 'ਚ, ਕਿਹੜੇ ਇੰਡਸਟਰੀਸਟ ਨੇ ਜਿਹੜੇ ਆ ਕੇ ਬਾਹਰੋਂ ਲਾਉਂਦੇ ਨੇ ਉਹ ਵੀ ਤਰਜੀਹ ਦਿੰਦੇ ਨੇ। ਉਹਦੇ ਹੋਰ ਵੀ ਬੜੇ ਕਾਰਨ ਨੇ।
ਮਤਲਬ ਤੁਸੀਂ ਜੇ ਕਿਸੇ ਇੰਡਸਟਰੀਜ਼ ਨੂੰ ਪੁੱਛੇ ਵੀ ਤੂੰ ਇਹ ਪ੍ਰਵਾਸੀ ਕਿਉਂ ਰੱਖਦਾ, ਤੂੰ ਬਿਹਾਰੀ ਭਈਏ ਕਿਉਂ ਰੱਖਦਾ, ਕਹਿੰਦੇ ਜੀ ਇਹਨਾਂ ਨੇ ਕਿੱਥੇ ਜਾਣਾ, ਇਹਨਾਂ ਨੇ ਛੁੱਟੀ ਵੀ ਨਹੀਂ ਕਰਨੀ, ਇਹਨਾਂ ਨੇ ਇੱਕ ਚੁੱਲ੍ਹੇ ਤੇ 10-10 ਬੰਦਿਆਂ ਨੇ ਸਾਰ ਲੈਣਾ, ਇਹਨਾਂ ਨੂੰ ਪਿੱਛੇ ਅਸੀਂ ਦੇ ਦਿੰਦੇ ਹਾਂ ਇੱਕ ਛੱਤ ਕੇ ਉੱਥੇ ਟੀਨ ਪਾ ਕੇ ਉੱਥੇ ਬੈਠੇ ਰਹਿੰਦੇ ਨੇ, ਤੇ ਪੰਜਾਬੀ ਛੁੱਟੀ ਵੀ ਕਰਦਾ, ਪੰਜਾਬੀ ਆਨੰਦ ਲੈਂਦਾ, ਤੇ ਉਹ ਇਸ ਤਰ੍ਹਾਂ ਰਹਿੰਦਾ ਨਹੀਂ, ਉਹਨੂੰ ਸਾਨੂੰ ਲੱਭਣਾ ਪੈਂਦਾ। ਇਹ ਤਾਂ ਸਾਡੇ ਕੋਲ ਹੀ ਨੇ, ਇਹਨਾਂ ਨੇ ਕਿੱਥੇ ਜਾਣਾ। ਇਸ ਤਰ੍ਹਾਂ ਹੀ ਇਹ ਤਾਂ ਛੱਡੋ, ਆਪਣੇ ਪਿੰਡਾਂ ਵਾਲੇ ਵੀ ਜਿਹੜੇ ਕਹਿੰਦੇ ਨੇ ਸਾਡੇ ਪੰਜਾਬ ਨੂੰ ਨੌਕਰੀ ਦਿਓ, ਉਹ ਵੀ ਜਦੋਂ ਝੋਨਾ ਲਾਉਣਾ ਹੁੰਦਾ ਕੋਈ ਪੰਜਾਬੀ ਲੇਬਰ ਨੂੰ ਲਾਈਕ ਨਹੀਂ ਕਰਦਾ, ਅਗਲਾ ਕਹਿੰਦਾ ਇਹ ਤਾਂ 100 ਨਖਰੇ ਕਰੂ, ਭਈਆ ਉਹਨੂੰ ਦੇਵਾਂਗੇ। ਤੋ ਇਸ ਕਰਕੇ ਇਹ ਬਹੁਤ ਸਾਰੇ ਰੀਜ਼ਨ ਨੇ ਜਿਹੜਾ ਤੁਸੀਂ ਸਵਾਲ ਕੀਤਾ ਕਿ ਗੈਰ ਪੰਜਾਬੀ ਨੌਕਰੀਆਂ ਕਿਉਂ ਲੈ ਜਾਂਦੇ ਨੇ, ਤੇ ਜਿਹੜੇ ਪੰਜਾਬੀ ਨੌਕਰੀਆਂ ਕਰਨ ਦੇ ਕਾਬਿਲ, ਇੱਕ ਤਾਂ ਇਹ ਗੱਲ ਹੈ ਮਾੜੀ ਮੋਟੀ ਨੌਕਰੀ ਹੁਣ ਨਖਰੇ ਹੇਠ ਨਹੀਂ ਆਉਂਦੀ ਪੰਜਾਬੀ ਦੇ, ਇਹ ਗੱਲ ਸਹੀ ਹੈ ਕਿ ਪੰਜਾਬੀ ਰਕਸ਼ਾ ਨਹੀਂ ਚਲਾਊ, ਪੰਜਾਬੀ ਉਹ ਉਸ ਤਰ੍ਹਾਂ ਦਾ ਕੰਮ ਨਹੀਂ ਕਰੂ ਜਿਹੜੇ ਉਹ ਕਰ ਲੈਂਦੇ ਨੇ। ਤੇ ਇਹ ਵੈਸੇ ਵੀ ਕਈ ਕੌਮਾਂ ਦੇ ਕੰਮ ਹੁੰਦੇ ਨੇ, ਗੁਜਰਾਤੀ ਦੁਕਾਨਾਂ ਵਧੀਆ ਚਲਾਉਂਦੇ ਨੇ, ਸਾਡੇ ਵਾਲੇ ਸਪੇਅਰ ਪਾਰਟਸ ਵਧੀਆ ਚਲਾਉਂਦੇ ਨੇ, ਢਾਬੇ ਵਧੀਆ ਚਲਾਉਂਦੇ ਨੇ, ਸਾਡੇ ਟਰਾਂਸਪੋਰਟ ਦਾ ਕੰਮ ਜ਼ਿਆਦਾ ਕਰ ਲੈਂਦੇ ਨੇ। ਇਹ ਇਸ ਤਰ੍ਹਾਂ ਹੁੰਦਾ ਹੈ। ਲੇਕਿਨ ਇਹ ਕਹਿ ਦੇਣਾ ਕਿ ਜੀ ਅਸੀਂ ਨੌਕਰੀਆਂ ਨਹੀਂ ਇੰਨੀਆਂ ਦਿੱਤੀਆਂ ਜਾ ਸਕਦੀਆਂ, ਆਬਾਦੀ ਇੰਨੀ ਜ਼ਿਆਦਾ ਵੱਧ ਰਹੀ ਹੈ, ਇਹ ਜਿਹੜੇ ਅੰਕੜੇ ਨੇ ਨਾ ਜੀ ਬੜੇ ਡਰਾਉਣ ਵਾਲੇ ਨੇ। ਦੇਖੋ 2.1 ਦੁਨੀਆ ਦੇ ਵਿੱਚ ਫਰਟੈਲਿਟੀ ਰੇਟ, ਜੇ ਕਿਸੇ ਨੇ ਆਬਾਦੀ ਨੂੰ ਸਥਿਰ ਰੱਖਣਾ ਤਾਂ ਉਹਦਾ ਜਿਹੜਾ 2.1 ਫਰਟੀਲਿਟੀ ਰੇਟ ਚਾਹੀਦਾ। ਪੰਜਾਬ ਦਾ 1.5 ਹੈ, ਜਿਹੜੀ 1.5 ਬੱਚਾ ਹੈ, ਤੇ ਮਤਲਬ ਅਸੀਂ ਟੋਟਲ ਜਿਹੜੀ ਡਿਮਾਂਡ ਆ ਉਹ ਤੋਂ ਵੀ ਘੱਟ ਹੈ, ਫਿਰ ਵੀ ਸਾਡੀ ਆਬਾਦੀ ਵੱਧ ਰਹੀ ਹੈ ਕਿਉਂਕਿ ਬਾਹਰੋਂ ਆ ਰਹੇ ਨੇ। ਕੈਨੇਡਾ ਦੇ ਵਿੱਚ ਜਿਹੜਾ ਫਰਟੀਲਿਟੀ ਰੇਟ ਆ ਉਹ ਵੀ ਸਾਡੇ ਜਿੰਨਾ ਹੀ ਹੈ, 1.5। ਉਹਨਾਂ ਦੀ ਆਬਾਦੀ ਦਾ ਹਾਲ ਇਹ ਹੈ, ਆਏ ਸਾਲ ਉਹਨੂੰ 3.5 ਲੱਖ ਬੰਦਾ ਚਾਹੀਦਾ, 3.5 ਲੱਖ ਤਾਂ ਹੀ ਤਾਂ ਮੰਗ ਰਹੇ ਨੇ, ਨਹੀਂ ਉਹਨਾਂ ਦੀ ਆਬਾਦੀ ਜਿਹੜੀ ਆਸਟ੍ਰੇਲੀਆ, ਇਹੀ ਹਾਲ ਆਸਟ੍ਰੇਲੀਆ ਦਾ। ਉਹ ਇਸ ਕਰਕੇ ਸਮਝਣ ਦੀ ਇਹ ਗੱਲ ਤਾਂ ਇਹ ਹੈ ਕਿ ਆਬਾਦੀ ਦੇ ਮਾਮਲੇ ਦੇ ਵਿੱਚ ਸਾਡੀਆਂ ਸਰਕਾਰਾਂ ਨੂੰ ਨਾ ਸਮਝ ਹੈ, ਨਾ ਹੀ ਉਹ ਸਮਝਾ ਰਹੀਆਂ ਨੇ। ਉਹ ਤਾਂ ਵੱਧ ਤੋਂ ਵੱਧ ਇਹ ਕਹਿ ਦੇਣਗੀਆਂ ਕਿ ਜੀ ਇਹ ਜਿਹੜਾ ਨਾ ਇੱਕ ਖਾਸ ਧਰਮ ਜਿਹਨੂੰ ਮੈਂ ਨਾਂ ਵੀ ਲੈ ਦਿੰਦਾ, ਜਿਹੜੀ ਸੱਤਾਧਾਰੀ ਧਿਰ ਆ, ਉਹ ਕਹਿੰਦੀ ਜੀ ਇਹ ਮੁਸਲਮਾਨ ਆਬਾਦੀ ਵਧਾਉਂਦੇ ਨੇ। ਅਸਲ ਮਸਲੇ ਤਾਂ ਹੋਰ ਨੇ, ਕੋਈ ਧਰਮ ਨਹੀਂ ਆਬਾਦੀ ਵਧਾਉਂਦਾ। ਆਬਾਦੀ ਨੂੰ ਜਿਹੜੇ ਨੂੰ ਦੇਖ ਕੇ ਰੁਜ਼ਗਾਰ ਨਾਲ ਇੱਕ ਨਾ ਖਾਸ ਇੱਕ ਵਿਸ਼ੇਸ਼ ਸਰਕਲ ਹੈ। ਜੇ ਆਬਾਦੀ ਵਧੂਗੀ ਤਾਂ ਜਿਹੜੀ ਹੈ ਗਰੀਬੀ ਆਊਗੀ, ਭੁੱਖਮਰੀ ਆਊਗੀ, ਜੇ ਗਰੀਬੀ ਹੋਊਗੀ ਅਨਪੜ੍ਹਤਾ ਹੋਊਗੀ, ਜੇ ਅਨਪੜ੍ਹਤਾ ਹੋਊ ਤਾਂ ਬੇਰੁਜ਼ਗਾਰੀ ਹੋਊ, ਜੇ ਬੇਰੁਜ਼ਗਾਰੀ ਹੋਊ ਫਿਰ ਉਹੀ ਸਰਕਲ ਭੁੱਖਮਰੀ ਹੋਊ, ਭੁੱਖਮਰੀ ਅਨਪੜ੍ਹਤਾ, ਇੱਕ ਸਰਕਲ 'ਚ ਵਿਸ਼ੇਸ਼ ਸਰਕਲ 'ਚ ਅਸੀਂ ਘੁੰਮ ਰਹੇ ਹਾਂ। ਸਰਕਾਰਾਂ ਜਾਂ ਤਾਂ ਉਹਨਾਂ ਨੂੰ ਪਤਾ ਕੁਛ ਨਹੀਂ, ਜਾਂ ਉਹ ਦੱਸਣਾ ਨਹੀਂ ਚਾਹੁੰਦੀਆਂ। ਇਹ ਹਾਲ ਬਹੁਤ ਬੁਰਾ ਹੈ। ਅਸਲ ਦੇ ਵਿੱਚ ਸਮੱਸਿਆ ਕਿਤੇ ਹੋਰ ਪਈ ਹੈ, ਇਲਾਜ ਇਹ ਕਰਨਾ ਨਹੀਂ ਚਾਹੁੰਦੇ, ਨਾ ਹੀ ਇਹਨਾਂ ਕੋਲ ਕੋਈ ਇਲਾਜ ਹੈ। ਇਹ ਤਾਂ ਸਿਰਫ ਵੋਟਾਂ ਲੈਣ ਲਈ ਨਾਅਰੇ ਦੇ ਸਕਦੇ ਨੇ। ਜੀ, ਇਹ ਬੇਰੁਜ਼ਗਾਰੀ ਨਾਲ ਜੁੜਿਆ ਇੱਕ ਹੋਰ ਨੌਜਵਾਨਾਂ ਦੇ ਨਾਲ ਜੁੜਦਾ ਸਵਾਲ ਹੈ ਕਿ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਗੈਂਗਸਟਰਵਾਦ, ਉਹ ਕ੍ਰਾਈਮ ਪੇਸ਼ਾ ਉਧਰਲੇ ਪਾਸੇ ਵੱਲ ਨੂੰ ਤੁਰ ਪੈਂਦੇ ਨੇ ਜਦੋਂ ਵਿਹਲੇ ਹੁੰਦੇ ਨੇ, ਵਿਹਲਾ ਮਨ ਸ਼ੈਤਾਨ ਦਾ ਘਰ। ਹੁਣ ਡੀਜੀਪੀ ਸਾਹਿਬ ਜਿਹੜੇ ਨਵੇਂ ਨੇ ਉਹ ਕਹਿੰਦੇ ਕਿ ਅਸੀਂ ਗੈਂਗਸਟਰਵਾਦ ਦੇ ਉੱਤੇ ਪੂਰਾ ਨੱਥ ਪਾ ਲੈਣੀ ਹੈ। ਮੇਰੇ ਖਿਆਲ ਦੇ ਵਿੱਚ ਯੂਪੀ ਤੱਕ ਦੀਆਂ ਐਗਜ਼ਾਮਪਲਾਂ ਵੀ ਆਉਣ ਵਾਲੇ ਦਿਨਾਂ ਵਿੱਚ ਦਿੱਤੀਆਂ ਜਾਣਗੀਆਂ ਕਿ ਦੇਖੋ ਯੂਪੀ ਵਾਲਿਆਂ ਨੇ ਜਿਵੇਂ ਕੀਤਾ, ਪੰਜਾਬ 'ਚ ਵੀ ਸਫਾਇਆ ਹੋ ਗਿਆ ਗੈਂਗਸਟਰਾਂ ਦਾ। ਪਰ ਸਿਮਰਨਜੀਤ ਸਿੰਘ ਮਾਨ ਦਾ ਤੁਸੀਂ ਬਿਆਨ ਸੁਣਿਆ ਹੋਣਾ, ਹਰਿਆਣਾ ਨੂੰ ਲੈ ਕੇ ਉਹਨਾਂ ਨੇ ਜਿੱਦਾਂ ਦਾ ਬਿਆਨ ਦਿੱਤਾ, ਬੜਾ ਹੈਰਾਨੀਜਨਕ ਵੀ ਹੈ ਤੇ ਮੰਗਦਾ ਵੀ ਹੈ ਕਿ ਇਹਦੇ ਉੱਤੇ ਧਿਆਨ ਦੇਣਾ ਚਾਹੀਦਾ ਕਿ ਕੀ ਇਹ 'ਚ ਵਾਕਈ ਕੋਈ ਸੱਚਾਈ ਹੈ ਜਾਂ ਫਿਰ ਇਹ ਸਿਆਸਤ ਦੀ ਖੇਡ ਹੈ ਕਿ ਇਹਨੂੰ ਇੱਧਰੋਂ ਬਾਜ਼ੀ ਪਲਟਾ ਕੇ ਉੱਧਰੋਂ ਪੰਜਾਬ ਜਾਂ ਹਰਿਆਣਾ ਨੂੰ ਆਪਸ ਦੇ ਵਿੱਚ ਉਹ ਕਰਾਉਣਾ। ਇਹ ਤੁਹਾਡੇ ਸਾਹਮਣੇ ਹੀ ਹੈ। ਦੇਖੋ ਮੈਂ ਇਹ ਸਮਝਦਾ ਜਿਹੜੇ ਯਾਦਵ ਸਾਹਿਬ ਨਵੇਂ ਆਏ ਨੇ ਉਹਨਾਂ ਨੂੰ ਸੁਪਰਸੀਡ ਕਰਕੇ ਬਣਾਇਆ, ਕਿਸੇ ਹੋਰ ਦੀ ਜਗ੍ਹਾ ਉਹਨਾਂ ਨੂੰ ਬਣਾਇਆ ਗਿਆ। ਸਭ ਨੂੰ ਪਤਾ ਹੈ ਕਿਉਂ ਬਣੇ ਨੇ। 92 ਦੇ ਬੈਚ ਦੇ ਨੇ, ਉਹ ਬੈਚ ਜਿਹੜਾ ਹੈ ਅਰਵਿੰਦ ਕੇਜਰੀਵਾਲ ਦਾ ਬੈਚ ਹੈ। ਜਦੋਂ ਉਹਨਾਂ ਨੇ ਅਲਾਈਡ ਸਰਵਿਸ IRS ਕਲੀਅਰ ਕੀਤਾ ਸੀ, ਇਹ IPS ਗਏ ਸੀ, ਇਸੇ ਕਰਕੇ ਉਹਨਾਂ ਨੂੰ ਮੁੱਖ ਮੰਤਰੀ ਦੇ ਨਾਲ ਲਾ ਦਿੱਤਾ ਗਿਆ ਸੀ। ਹੁਣ ਉਹਨਾਂ ਨੂੰ DGP ਬਣਾਤਾ। ਹੁਣ ਜਿਹੜਾ ਬੰਦਾ ਚਾਹੇ ਉਹ ਇਹ ਹੈ ਚਾਹੇ ਜਲੂਆ ਸਾਹਿਬ ਨੇ, ਉਹਨਾਂ ਨੇ ਆਪਣੇ ਆਪ ਨੂੰ ਜਸਟੀਫਾਈ ਤਾਂ ਕਰਨਾ ਹੀ ਹੈ, ਤੇ ਜਸਟੀਫਾਈ ਕਰਨ ਲਈ ਉਹ ਇਹ ਕਹਿੰਦੇ ਨੇ ਅਸੀਂ ਕਰਾਂਗੇ। ਇਹ ਸਰਕਾਰ ਬਹੁਤ ਕੁਛ ਜਿਹੜੀ ਹੈ ਨਾ ਕਰਾਂਗੇ ਕਰਦੀ ਹੈ, ਫਿਊਚਰ ਟੈਂਸ ਕਰਦੀ ਹੈ।
ਲੋਕ ਇਹ ਕਹਿੰਦੇ ਨੇ ਬਹੁਤ ਹੋ ਗਿਆ ਕਰਾਂਗੇ। ਹੁਣ ਤੁਸੀਂ ਇਹ ਦੱਸੋ ਕੀਤਾ ਕੀ ਹੈ? ਤੇ ਜੇ ਹੁਣ ਜਾਦਵ ਸਾਹਿਬ ਨੂੰ ਪੁੱਛੀਏ ਕਿ ਜੋ ਕੁਝ ਹੋ ਰਿਹਾ, ਲਾਰੈਂਸ ਬਿਸ਼ਨੋਈ ਉਹ ਵੀ ਫੜਿਆ ਹੋਇਆ ਤੇ ਤਿਹਾੜ ਜੇਲ੍ਹ ਤੋਂ ਟ੍ਰਾਂਜ਼ਿਟ ਰਿਮਾਂਡ ਤੇ ਹੈ, ਜੱਗੂ ਭਗਵਾਨਪੁਰੀਆ ਟ੍ਰਾਂਜ਼ਿਟ ਰਿਮਾਂਡ ਤੇ ਹੈ। ਜਿਹੜੇ ਤਿੰਨ ਹੁਣ ਤਾਂ ਫੜੇ ਨਹੀਂ ਗਏ, ਜਿਹੜੇ ਤਿੰਨ ਫੜੇ ਗਏ ਨੇ ਉਹ ਦਿੱਲੀ ਪੁਲਿਸ ਨੇ ਫੜੇ ਨੇ ਤੇ ਹਾਲ ਤੱਕ ਹਥਿਆਰ ਫੜੇ ਨਹੀਂ ਗਏ। ਹਾਲ ਤੱਕ ਕੀ ਕੀਤਾ ਇਹਨਾਂ ਨੇ? ਜੇ ਸਿੱਧੂ ਮੂਸੇਵਾਲਾ ਕੇਸ ਲੈ ਲਈਏ ਤੇ ਜੇ ਅਗਲੀਆਂ ਗੱਲਾਂ ਕਰ ਲਈਏ ਤਾਂ ਜੇਲ੍ਹਾਂ 'ਚ ਹਰਜੋਤ ਬੈਂਸ ਜਾਂਦੇ ਨੇ, ਅਸੀਂ ਆਹ ਕਰ ਦਾਂਗੇ, ਕੋਰਟ ਨੇ ਖਿੱਚਿਆ, ਤੁਸੀਂ 11 ਦੇ ਕਹੀ ਜਾਂਦੇ ਹੋ, ਹਾਲੇ ਤੱਕ ਤਾਂ ਜੈਮਰ ਨਹੀਂ ਲੱਗੇ ਤੇ ਤੁਹਾਡੇ ਮੋਬਾਈਲ ਉੱਥੇ ਜਾਂਦੇ ਨੇ, ਮੋਬਾਈਲਾਂ ਨੂੰ ਤੁਸੀਂ ਫੜ ਨਹੀਂ ਸਕਦੇ। ਮਤਲਬ ਵੱਡੀ ਗਿਣਤੀ 30 40 ਮੋਬਾਈਲ ਤੀਜੇ ਚੌਥੇ ਦਿਨ ਫੜੇ ਜਾਂਦੇ ਨੇ। ਕਿੱਥੋਂ ਆਉਂਦੇ ਨੇ? ਕੋਈ ਰੋਕ ਨਹੀਂ ਹੈ। ਤੇ ਜਿਹੜਾ ਇਹ ਗੈਂਗਸਟਰਵਾਦ ਨੂੰ ਖਤਮ ਕਰਨ ਦੀਆਂ ਗੱਲਾਂ ਕਰਦੇ ਨੇ, ਅਸਲ ਦੇ ਵਿੱਚ ਇਹ ਵੀ ਉਹੀ ਗੱਲ ਹੈ ਕਿ ਜਦੋਂ ਕੋਈ ਬਿਮਾਰੀ ਹੁੰਦੀ ਹੈ ਤੁਸੀਂ ਉਹਨੂੰ ਫੌਰੀ ਤੌਰ ਤੇ ਕੋਈ ਐਂਟੀਬਾਇਓਟਿਕ ਦੇ ਕੇ ਦਵਾ ਦੋਗੇ, ਲੇਕਿਨ ਅਸਲ ਤਾਂ ਇਹ ਹੈ ਕਿ ਨੌਜਵਾਨ ਜਾਂਦਾ ਕਿਉਂ ਉਧਰ ਨੂੰ? ਨੌਜਵਾਨ ਦੇ ਜਾਣ ਦੇ ਕਾਰਨ ਤਾਂ ਉਹੀ ਨੇ ਜਿਹਨੂੰ ਇਹ ਕਹਿੰਦੇ ਸੀ ਮੈਂ ਟਿਫਨ ਚੁਕਾ ਦੂੰਗਾ। ਭਗਵੰਤ ਮਾਨ ਸਾਹਿਬ ਟਿਫਨ ਤਾਂ ਚੁਕਾਉਂਗੇ ਜੇ ਕੰਮ ਤੇ ਜਾਊ, ਕੰਮ ਤੇ ਤਾਂ ਜਾਊ ਜੇ ਕੰਮ ਮਿਲੂ, ਕੰਮ ਤਾਂ ਮਿਲੂ ਜੇ ਕੋਈ ਇੰਡਸਟਰੀ ਹੋਊ। ਤੇ ਜਿਹੜੀ ਤੁਸੀਂ ਆ ਬੱਤੇਵਾੜਾ ਦੇ ਵਿੱਚ ਕਰਨ ਲੱਗੇ ਸੀ, ਜਾਂ ਤਾਂ ਰੱਦ ਕਰਨ ਤੋਂ ਪਹਿਲਾਂ 2 ਮਹੀਨੇ ਕਰਦੇ ਵੀ ਆ ਲਓ ਜੀ 1000 ਏਕੜ ਚਾਹੀਦੀ ਆ ਜਗ੍ਹਾ ਤੇ 1000 ਏਕੜ ਤੇ ਅਸੀਂ ਜਗ੍ਹਾ ਦੇਣ ਨੂੰ ਤਿਆਰ ਹਾਂ ਤੇ ਇਹ ਜੰਗਲ ਨਹੀਂ ਅਸੀਂ ਕੱਟਣ ਦੇਣਾ, ਨਾ ਹੀ ਅਸੀਂ ਪਾਣੀ ਦੂਸ਼ਿਤ ਹੋਣ ਦੇਣਾ। ਫੇਰ ਤਾਂ ਅਸੀਂ ਕਰਦੇ ਇਹਨਾਂ ਨੂੰ ਦਿੰਦੇ ਸ਼ਾਬਾਸ਼। ਹੁਣ ਤਾਂ ਲੋਕਾਂ ਦੇ ਰੋਹ ਦੇ ਸਾਹਮਣੇ ਇਹ ਯੂ ਟਰਨ ਲੈਣਾ ਪੈ ਗਿਆ ਤੇ ਇੰਡਸਟਰੀ ਚਲੀ ਗਈ। ਤੇ ਹੁਣ ਤੁਸੀਂ ਦੱਸੋ ਕਿ ਜੇ ਤੁਹਾਨੂੰ ਤੁਸੀਂ ਇੱਕ ਪਾਸੇ ਇੰਡਸਟਰੀ ਮੰਗਦੇ ਹੋ, ਦੂਜੇ ਪਾਸੇ ਤੁਸੀਂ ਜਗ੍ਹਾ ਆਇਡੈਂਟੀਫਾਈ ਨਹੀਂ ਕਰ ਸਕਦੇ। ਕਰੋ ਜਗ੍ਹਾ, ਕੰਮ ਕਰਨ ਵਾਲੇ ਕਰਨੇ ਚਾਹੀਦੇ ਨੇ, ਨਾਅਰੇਬਾਜ਼ੀ ਨਹੀਂ ਕਰਨੀ ਚਾਹੀਦੀ। ਇੱਕ ਪਾਸੇ ਤੁਸੀਂ ਕਹਿ ਰਹੇ ਹੋ ਜੀ ਅਸੀਂ ਇਹ ਰੱਦ ਕੀਤਾ, ਕੈਪਟਨ ਸਾਹਿਬ ਨੇ ਹਾਂ ਕਰਤੀ ਸੀ, ਦੂਜੇ ਪਾਸੇ ਵਿਧਾਨ ਸਭਾ 'ਚ ਤੁਹਾਡਾ ਇਹ ਕਹਿਣਾ ਕਿ ਅਸੀਂ 957 ਏਕੜ ਅਕਵਾਇਰ ਕਰ ਲਈ, ਬਾਕੀ ਕਰ ਲਾਂਗੇ। 25 ਮਈ ਨੂੰ ਇੱਕ ਲੈਟਰ ਕੱਢ ਦਿੰਦੇ ਹੋ ਕਿ ਜੀ ਇੰਨੇ ਦਰਖਤ ਕੱਟੇ ਜਾਣਗੇ। ਤੇ ਉਹ ਜੇ ਤੁਸੀਂ ਨਹੀਂ ਸੀ ਤਿਆਰ ਤਾਂ ਫਿਰ ਤੁਸੀਂ ਜਿਹੜਾ ਇਹ ਕਿਵੇਂ ਕਹਿੰਦੇ ਹੋ ਵੀ ਕੈਪਟਨ ਸਾਹਿਬ ਨੇ ਕੀਤਾ? ਇਹ ਤਾਂ ਤੁਸੀਂ ਇਹ ਕਹੋ ਕਿ ਜੀ ਬੱਤੇਵਾੜਾ ਦਾ ਜਿਹੜਾ ਪਬਲਿਕ ਐਕਸ਼ਨ ਕਮੇਟੀ ਦਾ ਕੱਟ ਸੀ, ਜਿਵੇਂ ਲੋਕ ਉੱਠੇ, ਜਿਵੇਂ ਸਾਹਿਤਕਾਰ ਉੱਠੇ, ਜਿਵੇਂ ਕਲਾਕਾਰ ਉੱਠੇ, ਜਿਵੇਂ ਕਿਸਾਨ ਉੱਠੇ, ਤੇ ਤੁਹਾਡੇ ਕੋਲ ਕੋਈ ਚਾਰਾ ਨਹੀਂ ਸੀ ਤੇ ਇਸ ਕਰਕੇ ਤੁਸੀਂ ਉਹਨੂੰ ਮੰਨਣਾ ਪਿਆ। ਲੋਕ ਰੋਹ ਦੇ ਸਾਹਮਣੇ ਤੁਸੀਂ ਉੱਠੇ ਹੋ। ਲੋਕਾਂ ਦੀ ਜਿਹੜੀ ਕਹਿੰਦੇ ਮੈਂ ਲੋਕਾਂ ਦੀ ਗੱਲ ਸੁਣਦਾ, ਲੋਕਾਂ ਦੀ ਗੱਲ ਸੁਣਦੇ ਹੁੰਦੇ ਤਾਂ ਲੋਕਾਂ ਨੇ ਦੱਸਿਆ ਤੁਹਾਨੂੰ ਵੀ 6 ਬੰਦੇ ਆ ਜਿਹੜੇ ਰਾਜ ਸਭਾ 'ਚ ਭੇਜੋ, ਜਿਹੜੇ ਇੱਕ ਦੂਜੇ ਨੂੰ। ਲੋਕਾਂ ਨੇ ਤੁਹਾਨੂੰ ਕਿਹਾ ਕਿ ਰਾਘਵ ਚੱਡਾ ਨੂੰ ਜਿਹੜੇ ਬਾਹਰਲੇ ਬੰਦੇ ਨੂੰ ਚੇਅਰਮੈਨ ਬਣਾਓ। ਹਾਲਾਂਕਿ ਮੈਨੂੰ ਯਕੀਨ ਹੈ ਕਿ ਜਗਮੇਲ ਸਿੰਘ ਭੱਟੀ ਦਾ ਜਿਹੜਾ PIL ਹੈ ਉਹ ਕਾਮਯਾਬ ਹੋਣੀ ਹੈ, ਉਹਦੀ ਇਹ ਸਲਾਹਕਾਰ ਕਮੇਟੀ ਤੇ ਉਹਦਾ ਚੇਅਰਮੈਨ ਕਿਤੇ ਨਹੀਂ ਨਜ਼ਰ ਆਉਣੇ। ਪਰ ਗੱਲ ਤਾਂ ਜਿਹੜੀ ਮਾਨ ਸਾਹਿਬ ਕਹਿ ਰਹੇ ਨੇ ਉਹਦੇ 'ਚ ਕਿਹੜੀ ਸੱਚਾਈ ਹੈ? ਉਹ ਤਾਂ ਕਹਿੰਦੇ ਨੇ ਜੀ ਅਸੀਂ ਲੋਕਾਂ ਦੀ ਗੱਲ ਸੁਣਦੇ ਹਾਂ ਤੇ ਲੋਕਾਂ ਨੇ ਕਿਹਾ ਸੀ ਮੈਨੂੰ ਚੇਅਰਮੈਨ ਲਾਓ। ਇਹ ਤਾਂ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਥਾਂ ਥਾਂ ਤੁਹਾਡੀ ਇਸ ਕਰਕੇ ਥੁੱਥ ਹੁੰਦੀ ਹੈ ਕਿ ਦਿੱਲੀ ਤੋਂ ਤੁਸੀਂ ਅੱਗੇ ਤਾਂ ਸਿੱਧੇ ਤੌਰ ਤੇ ਹੁਣ ਸਿੱਧੇ ਹੀ ਬਿਠਾ ਲਿਆ। ਇਹ ਬਹੁਤ ਸਾਰੀਆਂ ਗੱਲਾਂ ਨੇ ਸੁਖਵਿੰਦਰ ਜੀ ਜਿਹੜੀਆਂ ਲੋਕਾਂ ਤੱਕ ਜਾਣੀਆਂ ਚਾਹੀਦੀਆਂ ਨੇ, ਨਹੀਂ ਗਈਆਂ। ਲੋਕਾਂ ਇਹ ਨਹੀਂ ਕਿ ਲੋਕ ਬਦਲਾਅ ਚਾਹੁੰਦੇ ਸੀ, ਲੋਕ ਇਹ ਨਹੀਂ ਚਾਹੁੰਦੇ ਸੀ। ਹਾਂ, ਜਿਹੜੀ ਚੰਗੀ ਕੰਮ ਕਰਦੇ ਨੇ ਲੋਕ ਉਹਦੀ ਪ੍ਰਸ਼ੰਸਾ ਕਰਦੇ ਨੇ। ਤੁਸੀਂ ਭ੍ਰਿਸ਼ਟਾਚਾਰੀਆਂ ਨੂੰ ਫੜ ਰਹੇ ਹੋ, ਚੰਗੀ ਗੱਲ ਹੈ। ਤੁਸੀਂ ਗਿਲਜੀਆ ਨਹੀਂ ਫੜੇ, ਉਹਦਾ ਭਤੀਜਾ ਫੜ ਲਿਆ, ਉਹਦੇ 'ਚ ਕੋਈ ਮੈਂ ਨਹੀਂ ਸਮਝਦਾ ਸਿਆਸੀ ਜਿਹੜੀ ਹੈ ਦੁਸ਼ਮਣੀ ਹੈ। ਇੱਥੇ ਤਾਂ ਬੈਂਸ ਵੀ ਕਹੀ ਜਾਂਦਾ, ਇੱਥੇ ਤਾਂ ਸਾਧੂ ਸਿੰਘ ਧਰਮ ਸੂਤ ਵੀ ਕਹੀ ਜਾਂਦਾ। ਜਦੋਂ ਬੰਦਾ ਫੜ ਲੈਂਦੇ ਉਹ ਕਹਿੰਦੇ ਸਿਆਸੀ ਬਦਲਾਖੋਰੀ ਹੈ। ਤੇ ਕੋਈ ਸਕੈਮ ਤਾਂ ਐਵਰੀ ਸਕੀਮ ਵਿੱਚ ਸਕੈਮ ਹੈ ਯਾਰ। ਕੋਈ ਤਾਂ ਦੱਸੋ। ਹੁਣ ਇੱਕ ਦਿਨ 'ਚ 3 ਸਕੈਮ ਆ ਗਏ। ਸਾਧੂ ਸਿੰਘ ਦਾ ਵਜ਼ੀਫੇ ਵਾਲਾ ਕੱਢ ਲਿਆ, ਖੇਡਾਂ ਵਾਲਾ ਆ ਗਿਆ, ਖੇਡਾਂ ਦਾ ਪੈਸਾ ਦੇ ਕੇ ਉਸ ਤੋਂ ਬਾਅਦ ਵਾਪਸ ਲੈ ਕੇ ਚੈੱਕ ਦਵਾਤੇ। ਮਤਲਬ ਕੋਈ ਚੀਜ਼ ਤਾਂ ਐਸੀ ਹੋਵੇ ਨਾ। ਇਹ ਗੱਲ ਜਿਹੜੀ ਕਰ ਰਹੇ ਨੇ ਉਹਨਾਂ ਨੂੰ ਅਸੀਂ ਮੰਨਦੇ ਹਾਂ, ਉਹਦੀ ਪ੍ਰਸ਼ੰਸਾ ਕਰਦੇ ਹਾਂ ਮਾਨ ਸਰਕਾਰ ਦੀ। ਲੇਕਿਨ ਬਾਕੀ ਗੱਲਾਂ ਜਿਹੜੀਆਂ ਕੀਤੀਆਂ ਨੇ ਨਾ ਜੀ ਉਹਨਾਂ ਨੇ, ਉਹਦੇ 'ਚ ਕੋਈ ਤਰਕ ਨਹੀਂ, ਕੋਈ ਦਲੀਲ ਨਹੀਂ। ਤੇ ਇਹਦਾ ਕੋਈ ਤਰਕ ਨਹੀਂ ਕਿ ਪੰਜਾਬ ਜਿਹੜਾ ਹੈ ਆਪਣਾ ਉਹਨੂੰ ਹਰਿਆਣਾ ਦੀ ਤਰਜ਼ ਤੇ ਜਿਹੜਾ ਤੁਸੀਂ ਜੀ ਸਾਨੂੰ ਵੀ ਜਗ੍ਹਾ ਦਿਓ ਤੇ ਪੰਜਾਬ ਦਾ ਤੁਸੀਂ ਕੌਣ ਲੜੂ ਪੰਜਾਬ ਦੇ ਹੱਕਾਂ ਲਈ ਵੀ? ਜੇ ਮੁੱਖ ਮੰਤਰੀ ਇਹ ਕਹੀ ਜਾਂਦਾ, ਹਾਂ ਜੇ ਮੁੱਖ ਮੰਤਰੀ ਇਹ ਕਹਿੰਦਾ ਕਿ ਹਰਿਆਣਾ ਨੂੰ ਜਿਹੜੀ ਤੁਸੀਂ ਜਗ੍ਹਾ ਦੇ ਰਹੇ ਜੰਮ ਦਿਓ, ਲੇਕਿਨ ਪੰਚਕੂਲਾ 'ਚ ਦਿਓ, ਕਰਨਾਲ 'ਚ ਦਿਓ, ਰੋਹਤਕ 'ਚ ਦਿਓ, ਚੰਡੀਗੜ੍ਹ ਤਾਂ ਸਾਡਾ, ਚੰਡੀਗੜ੍ਹ 'ਚ ਕਿਵੇਂ ਦੇ ਦੋਗੇ? ਇਹ ਤਾਂ ਕਹਿੰਦੇ ਚੰਡੀਗੜ੍ਹ 'ਚ ਸਾਨੂੰ ਵੀ ਦੇ ਦਿਓ। ਇਹਦਾ ਮਤਲਬ ਮੰਨ ਲਿਆ ਵੀ ਚੰਡੀਗੜ੍ਹ ਸਾਡਾ ਨਹੀਂ ਹੈ। ਤਾਂ ਇਹਦਾ ਕੀ ਜਵਾਬ ਹੈ ਤੁਹਾਡੇ ਕੋਲ? ਜੋ ਮਰਜ਼ੀ ਮਨਵਿੰਦਰ ਸਿੰਘ ਕੰਗ ਕਹੀ ਜਾਵੇ, ਜੋ ਮਰਜ਼ੀ ਕਹੀ ਜਾਣ। ਤੁਸੀਂ ਤਾਂ ਕਹਿੰਦੇ ਬਦਲਾਅ ਲੈ ਕੇ ਆਏ ਸੀ ਜੀ। ਕਿਹੜਾ ਬਦਲਾਅ ਜੀ ਤੁਹਾਡਾ?
ਆ ਤੁਹਾਡੀ ਉਹ ਜਿਹੜੀ ਜੋਤੀ ਕੁੜੀ ਹੈ IPS, ਜਿਸ ਤਰੀਕੇ ਨਾਲ ਰਜਿੰਦਰ ਕੌਰ ਸੀਨਾ ਤੁਹਾਡੀ MLA ਉਹਨੂੰ ਕਹਿੰਦੀ ਹੈ ਕਿ ਮੇਰੇ ਬਿਨਾਂ ਪੁੱਛੇ ਤੂੰ ਕਿਵੇਂ ਆ ਗਿਆ ਇੱਥੇ, ਮਤਲਬ ਹੁਣ ਇੱਕ MLA ਨੂੰ ਪੁੱਛ ਕੇ ਇੱਕ IPS ਅਫਸਰ ਰੇਡ ਕਰਿਆ ਕਰੂਗਾ। ਤੇ ਹੁਣ ਤੁਸੀਂ ਥਾਣੇਦਾਰਾਂ ਤੇ ਜਿਹੜੇ ਉੱਤੇ ਲਾਤੇ ਇਹ, ਤੇ ਤੁਹਾਡਾ ਬਦਲਾਅ ਕਾਹਦਾ ਰਹਿ ਗਿਆ? ਇਹੀ ਹਲਕਾ ਇੰਚਾਰਜ ਕਰਦੇ ਸੀ, ਹਲਕਾ ਇੰਚਾਰਜ ਦੀ ਮਰਜ਼ੀ ਨਾਲ DSP ਲੱਗਦੇ ਸੀ, DSP ਨੂੰ ਕਹਿੰਦੇ ਸੀ ਆ SHO ਲਾ ਦੋ, ਫਿਰ ਉਹਨਾਂ ਤੋਂ ਆਪਣੀ ਮਨਮਰਜ਼ੀ ਦੇ ਕੰਮ ਕਰਾਉਂਦੇ ਸੀ, ਤੇ ਫਿਰ ਤਾਂ ਉਹੀ ਕੰਮ ਸ਼ੁਰੂ ਹੋ ਗਿਆ। ਕਿਹੜਾ ਬਦਲਾਅ ਜੀ ਦੱਸੋ, ਕਿੱਥੇ ਬਦਲਾਅ ਜਿਹਦੇ ਕਰਕੇ ਤੁਹਾਨੂੰ ਲੋਕਾਂ ਨੇ ਵੋਟ ਪਾਈ ਸੀ? ਤੋਂ ਮਾਨ ਸਾਹਿਬ ਇਹ ਸੋਚਣ ਵਾਲੀ ਗੱਲ ਹੈ, ਜਿਹੜੀ ਇਹ ਜਿਹੜਾ ਕੁਝ ਹੋ ਰਿਹਾ ਲੋਕ ਇਹਨੂੰ ਕੋਈ ਸਹੀ ਤਰੀਕੇ ਨਾਲ ਨਹੀਂ ਲੈ ਰਹੇ। ਜੀ ਮੈਂ ਵਾਲੀਆ ਸਾਹਿਬ ਇੱਕ ਸਿਮਰਨਜੀਤ ਸਿੰਘ ਮਾਨ ਦੀ ਵੀ ਗੱਲ ਕੀਤੀ ਸੀ ਕਿ ਗੈਂਗਸਟਰਵਾਦ ਨੂੰ ਲੈ ਕੇ ਉਹ ਵੀ ਗੱਲ ਕਰਦੇ ਨੇ, ਤੇ ਇਹਦਾ ਜਵਾਬ ਥੋੜਾ ਜਿਹਾ ਮੁਕੰਮਲ ਕਰਿਓ ਕਿ ਕੀ ਪੰਜਾਬ 'ਚੋਂ ਗੈਂਗਸਟਰਵਾਦ ਜਿਸ ਤਰੀਕੇ ਨਾਲ ਪੰਜਾਬ ਪੁਲਿਸ ਜਾਂ ਸਰਕਾਰ ਚੱਲ ਰਹੀ ਹੈ ਖਤਮ ਕੀਤਾ ਜਾ ਸਕਦਾ? ਤੁਸੀਂ ਲਾਰੈਂਸ ਬਿਸ਼ਨੋਈ ਦਾ ਸੁਣਿਆ ਹੋਣਾ, ਉਹਦਾ ਮੀਡੀਆ 'ਚ ਪੱਖ ਜਿਹਾ ਚੱਲੀ ਜਾਂਦਾ, ਪਤਾ ਨਹੀਂ ਸੱਚਾ ਕਿ ਝੂਠਾ। ਉਹ ਕਹਿੰਦਾ ਕਿ ਮੂਸੇ ਵਾਲੇ ਨੇ ਸਾਡੇ ਵਕਾਰ ਨੂੰ ਸੱਟ ਮਾਰੀ ਸੀ, ਉਹਨੇ ਬੰਬੀਹਾ ਗਾਣਾ ਗਾਇਆ, ਬੰਬੀਹਾ ਗੈਂਗ ਨੂੰ ਲੈ ਕੇ ਗਾਇਆ। ਉਹ ਕਹਿੰਦਾ ਫਿਰ ਅਸੀਂ ਕੁਝ ਨਾ ਕੁਝ ਤਾਂ ਕਰਨਾ ਸੀ ਨਾ, ਸਾਡੇ ਗਾਣੇ ਉਹਦੇ ਜਿਹੜੇ ਨੇ ਸਾਡੇ ਚਪੇੜ ਵਾਂਗੂ ਵੱਜਦੇ ਸੀ। ਮਤਲਬ ਉਹ ਅੰਦਰੋਂ ਬਹਿ ਕੇ ਏਡਾ ਵੱਡਾ ਨੈਕਸਸ ਚਲਾ ਰਹੇ ਨੇ ਤੇ ਪੁਲਿਸ ਕਹਿੰਦੀ ਹੈ ਕਿ ਅਸੀਂ ਗੈਂਗਸਟਰਵਾਦ ਖਤਮ ਕਰ ਦੇਣਾ। ਦੇਖੋ ਇਹ ਗੱਲ ਬਿਲਕੁਲ ਦੋਰਾਵਾ ਨਹੀਂ ਹੈ ਕਿ ਇਹ ਗੈਂਗਸਟਰਵਾਦ ਜਿਹੜਾ ਹੈ ਉਹਦੇ 'ਚ ਆਮ ਆਦਮੀ ਪਾਰਟੀ ਦਾ ਕੋਈ ਹੱਥ ਨਹੀਂ। ਪੰਜਾਬ ਦੀ ਗੱਲ ਕਰ ਰਹੇ, ਇਹਦੀ ਪੁਸਤ ਪਨਾਹੀ ਜਿਹੜੀ ਹੈ ਉਹ ਇਦੋਂ ਪਹਿਲਾਂ ਦੀਆਂ ਸਰਕਾਰਾਂ ਕਾਂਗਰਸ ਤੇ ਅਕਾਲੀਆਂ ਦੀਆਂ ਨੇ, ਔਰ ਹਰ ਇੱਕ ਥਾਂ ਤੇ ਸਰਕਾਰੀ ਪੁਸਤ ਪਨਾਹੀ ਤੋਂ ਬਿਨਾਂ ਗੈਂਗਸਟਰਵਾਦ ਨਹੀਂ ਪਨਪ ਸਕਦਾ। ਔਰ ਜੇ ਨਹੀਂ ਤਾਂ ਤੁਸੀਂ ਲੱਖਾ ਸਿਧਾਣਾ ਨੂੰ ਪੁੱਛ ਲਓ, ਜਦੋਂ ਉਹ ਗੈਂਗਸਟਰ ਸੀ ਕਿ ਕਿਵੇਂ ਮਲੂਕਾਂ ਨੇ, ਆਪ ਹੀ ਕਹਿੰਦਾ ਉਹ, ਮੈਂ ਨਹੀਂ ਕਹਿ ਰਿਹਾ, ਉਹਦੀ ਇੰਟਰਵਿਊ ਦੇ ਬੇਸ ਤੇ ਮੈਂ ਗੱਲ ਕਰ ਰਿਹਾ। ਤਾਂ ਇਹ ਐਂ ਵਰਤਦੇ ਨੇ ਜਿਹੜੇ ਹੁੰਦੇ ਨੇ ਬਹੁਤ ਸਾਰੇ ਗੈਂਗਸਟਰ, ਫਿਰ ਸਿਰਫ ਚੱਕ ਕੇ ਆਪ ਹੀ ਪੋਲਿਟਿਕਸ UP ਬਿਹਾਰ 'ਚ ਆਪਾਂ ਦੇਖਿਆ ਆ ਗਏ। ਜਿਹੜਾ ਸਵਾਲ ਤੁਸੀਂ ਕੀਤਾ ਉਹਦੇ ਵਿੱਚ ਮੈਂ ਇਹ ਕਹਿ ਸਕਦਾ ਕਿ ਖਤਮ ਕਰਨ ਵਾਲਾ, ਮੈਂ ਪਹਿਲੇ ਹੀ ਕਿਹਾ ਗੌਰਵ ਯਾਦਵ ਨੂੰ, ਉਹ ਐਵੇਂ ਜਿਹੜੀਆਂ ਗੱਲਾਂ ਕਰ ਰਹੇ ਨੇ ਕਿ ਜੀ ਕਰ ਦਾਂਗੇ, ਫਿਊਚਰ ਟੈਂਸ ਦੀ ਗੱਲ ਹੈ ਇਹ। ਗੈਂਗਸਟਰ ਖਤਮ ਇਸ ਤਰ੍ਹਾਂ ਜੇ ਹੋਣੇ ਹੁੰਦੇ, ਇਹ ਤਾਂ ਐ ਕਹੋ ਕਿ ਤੁਸੀਂ ਕੀ ਕਰ ਲਓ। ਮੈਂ ਤਾਂ ਕਿਹਾ ਤੁਸੀਂ ਬੰਦੇ ਤਾਂ ਫੜ ਨਹੀਂ ਸਕਦੇ, ਹਥਿਆਰ ਤੁਸੀਂ ਨਹੀਂ ਫੜ ਸਕਦੇ, ਤੇ ਤੁਹਾਨੂੰ ਫੜ ਕੇ ਤਾਂ ਦਿੱਲੀ ਪੁਲਿਸ ਦੇ ਰਹੀ ਹੈ, ਤੇ ਤੁਹਾਨੂੰ ਤਾਂ ਮਤਲਬ ਤੁਹਾਡੇ ਤਾਂ ਹੁੰਦੇ ਪੁਲਿਸ ਵਿਜੀਲੈਂਸ ਦੇ ਦਫ਼ਤਰ ਤੇ ਹੈੱਡਕੁਆਟਰ ਤੇ ਹਮਲਾ ਹੋ ਗਿਆ। ਇਹ ਬਹੁਤ ਔਖਾ ਹੁੰਦਾ, ਕਹਿਣ ਦੀਆਂ ਗੱਲਾਂ ਹੁੰਦੀਆਂ ਨੇ। ਰਹੀ ਗੱਲ ਜਿਹੜੀ ਹੈ ਗੈਂਗਸਟਰ, ਜਿੰਨਾ ਚਿਰ ਬੁਨਿਆਦੀ ਗੱਲਾਂ ਨਹੀਂ ਫੜੀਆਂ ਜਾਂਦੀਆਂ, ਮਤਲਬ ਹਾਲੇ ਤੁਹਾਨੂੰ ਇਹ ਨਹੀਂ ਪਤਾ ਕਿ ਇੱਕ ਭਤੀਜਾ ਫੜਿਆ ਗਿਆ, ਨਿਰਮਲ ਸਿੰਘ ਕਾਹਲੋਂ ਦਾ, ਪਤਾ ਨਹੀਂ ਕਿੰਨੇ ਕੁ ਭਤੀਜੇ ਕੰਮ ਕਰਦੇ ਨੇ। ਅੱਜ 2 ਭਤੀਜੇ ਫੜੇ ਗਏ, ਇੱਕ ਨਿਰਮਲ ਸਿੰਘ ਕਾਹਲੋਂ ਦਾ ਫੜਿਆ ਗਿਆ, ਦੂਜਾ ਬਿਜਲੀਆ ਦਾ ਫੜਿਆ ਗਿਆ। ਜਿਹੜੀ ਭਤੀਜੇ ਪਹਿਲਾਂ ਚੰਨੀ ਨੂੰ ਜਿਹੜਾ ਚੁੱਪ ਕਰਾਇਆ ਉਹਦੇ ਤਾਲੀ ਦੇ ਮੁੰਡੇ ਨੇ, ਉਹਦੇ ਭਾਂਜੇ ਨੇ। ਤਾਂ ਇਹ ਜਿਹੜਾ ਕੁਝ ਚੱਲ ਰਿਹਾ ਨਾ ਜੀ, ਇਹਦੇ ਪਿੱਛੇ ਬਹੁਤ ਡੂੰਘੀਆਂ ਜੜ੍ਹਾਂ ਨੇ। ਇਹ ਸਾਰਾ ਕੁਝ ਇਕੱਠਾ ਹੈ, ਜਿਹੜਾ ਇਹਦੇ 'ਚ ਨਸ਼ੇ ਵੀ ਨੇ, ਇਹਦੇ 'ਚ ਪੈਸਾ ਵੀ ਹੈ, ਇਹਦੇ 'ਚ ਈਜ਼ੀ ਮਨੀ ਵੀ ਲੈਣ ਦੀ ਗੱਲ ਹੈ, ਇਹਦੇ 'ਚ ਹਉਮੈ ਵੀ ਹੈ, ਇਹ 'ਚ ਹੰਕਾਰ ਵੀ ਹੈ, ਇਹਦੇ 'ਚ ਪੰਜਾਬੀਆਂ ਦੀ ਇੱਕ ਖਾਸ ਬਿਰਤੀ ਹੈ। ਪੰਜਾਬ ਜਿਹੜਾ ਹੈ 2 ਚੀਜ਼ਾਂ ਨੂੰ ਪਿਆਰ ਕਰਦਾ ਸੀ, ਇੱਕ ਘੋੜੇ ਨੂੰ ਤੇ ਇੱਕ ਤੀਰ ਕਮਾਨ ਨੂੰ, ਨੇਜੇ ਨੂੰ, ਹਥਿਆਰ ਨੂੰ, ਕਿਰਪਾਨ ਨੂੰ। ਤੇ ਉਹ ਬਦਲ ਕੇ ਹੁਣ ਮੋਟਰਸਾਈਕਲ ਤੇ AK-47 ਸੰਤ ਭਿੰਡਰਾਂਵਾਲੇ ਦੇ ਟਾਈਮ ਆ ਗਈ ਸੀ। ਇਹ ਖੂਨ 'ਚ ਹੈ ਪੰਜਾਬੀਆਂ ਦੇ ਹਥਿਆਰਾਂ ਦੀ ਗੱਲ, ਤੇ ਉਦੋਂ ਵੀ ਹੁੰਦੀ ਸੀ, ਹੁਣ ਵੀ ਹੁੰਦੀ ਹੈ। ਔਰ ਐਂਟੀ ਐਸਟੈਬਲਿਸ਼ਮੈਂਟ, ਜਿਹੜਾ ਬੰਦਾ ਸਤਾਪਤੀ ਦੇ ਖਿਲਾਫ ਹੈ, ਉਹ ਬੰਦਾ ਇੱਥੇ ਉਹਨੂੰ ਲੋਕ ਰਿਕੋਗਨਾਈਜ਼ ਕਰਦੇ ਨੇ। ਜਿਹੜਾ ਬੰਦਾ ਡਟ ਕੇ ਖੜਦਾ ਹੈ, ਭਾਵੇਂ ਉਹ ਦੁੱਲਾ ਭੱਟੀ ਹੈ ਤੇ ਭਾਵੇਂ ਉਹ ਜਿਉਣਾ ਮੋੜ ਹੈ, ਭਾਵੇਂ ਉਹ ਜੱਗਾ ਡਾਕੂ ਹੈ, ਜਿਹੜਾ ਵੀ ਲੋਕਾਂ ਨਾਲ ਖੜਦਾ ਹੈ ਸਤਾਪਤੀ ਦੇ ਖਿਲਾਫ ਹੈ, ਤੇ ਫਿਰ ਲੋਕ ਉਹਨੂੰ ਪਸੰਦ ਕਰਦੇ ਨੇ। ਜਦੋਂ ਕਹਿੰਦਾ ਥਾਣੇਦਾਰ ਵੀ ਸਲੂਟ ਮਾਰਦਾ, ਇਹ ਵੀ ਤਾਂ ਥਾਣੇਦਾਰ ਨੂੰ ਸਲੂਟ ਮਾਰਨ ਵਾਲੀ ਗੱਲ ਜਿਹੜੀ ਹੈ, ਇਹ ਐਂਟੀ ਐਸਟੈਬਲਿਸ਼ਮੈਂਟ ਹੈ, ਉਹਨੂੰ ਲੋਕ ਪਸੰਦ ਕਰਦੇ ਨੇ। ਤਾਂ ਇਹ ਸਾਰੀਆਂ ਗੱਲਾਂ 'ਚ ਇਹ ਸਮਝਣਾ ਗੈਂਗਸਟਰ ਨੂੰ, ਉਹਦੀ ਮਾਨਸਿਕਤਾ ਪੰਜਾਬੀਆਂ ਦੀ ਸਮਝਣੀ ਪੈਣੀ ਹੈ, ਜਿਹਨੇ ਇਹਨੂੰ ਖਤਮ ਕਰਨਾ ਹੈ। ਤੇ ਰਹੀ ਗੱਲ ਜਿਹੜੀ ਤੁਸੀਂ ਕੀਤੀ ਹੈ, ਬਿਲਕੁਲ ਸਹੀ ਕਹਿ ਰਹੇ ਨੇ ਇਹ ਲਾਰੈਂਸ ਬਿਸ਼ਨੋਈ ਜਾਂ ਜਿਹੜੇ ਵੀ ਗੈਂਗਸਟਰ ਨੇ ਇਹ ਖੁਲਾਸਾ ਕੀਤਾ ਕਿ ਅਸੀਂ ਇਹਨੂੰ ਇਸ ਕਰਕੇ ਮਾਰਿਆ ਸਿੱਧੂ ਮੂਸੇਵਾਲੇ ਨੂੰ। ਉਹ ਤਾਂ ਹਰ ਰੋਜ਼ ਜਦੋਂ ਵੀ ਗਾਣਾ ਗਾਉਂਦਾ ਸੀ, ਉਹ ਸਾਡੇ ਇੱਕ ਕਿਸਮ ਦਾ ਮੂੰਹ ਤੇ ਥੱਪੜ ਮਾਰਦਾ ਸੀ। ਅਸਲ ਗੱਲ ਤਾਂ ਹੁੰਦੀ ਹੈ ਜਦੋਂ ਜਿਹੜਾ ਇਹ
ਗੋਲਡੀ ਬਰਾੜ ਹੈ, ਜਦੋਂ ਇਹਦੇ ਭਰਾ ਨੂੰ ਗੁਰਲਾਲ ਬਰਾੜ ਨੂੰ ਜਾਂ ਉਹਦਾ ਕਤਲ ਹੁੰਦਾ ਹੈ ਬੰਬੀਹਾ ਗਰੁੱਪ ਵੱਲੋਂ, ਉਸ ਤੋਂ ਕਹਾਣੀ ਸ਼ੁਰੂ ਹੁੰਦੀ ਹੈ। ਫਿਰ ਭਲਵਾਨ ਮਰਦਾ ਹੈ ਫਰੀਦਕੋਟ ਦੇ ਵਿੱਚ, ਫਿਰ ਵਿੱਕੀ ਮਿੱਡੂ ਖੇੜਾ, ਇਹ ਫਿਰ ਇਹ ਜਿਹੜੀ ਆਪਸੀ ਰੰਜਿਸ਼ ਹੈ ਇਹਨਾਂ ਦੀ, ਉਹਦੇ ਚ ਸਿੱਧੂ ਮੂਸੇਵਾਲਾ ਇਸ ਕਰਕੇ ਆਉਂਦਾ ਹੈ ਕਿ ਬੰਬੀਹਾ ਦੇ ਗਰੁੱਪ ਦੇ ਹੱਕ ਚ ਗਾਣਾ ਗਾਉਂਦਾ ਹੈ। ਤੇ ਫਿਰ ਜਦੋਂ ਉਹ ਗਾਉਂਦਾ ਹੈ ਤੇ ਫਿਰ ਉਹ ਥਾਪੀਆਂ ਮਾਰਦਾ ਹੈ ਤੇ ਜਿਹੜੀ ਉਂਗਲ ਖੜੀ ਕਰਕੇ ਚੈਲੰਜ ਕਰਦਾ ਹੈ, ਉਹ ਚੈਲੰਜ ਤਾਂ ਮੈਂ ਸਮਝਦਾ ਆਮ ਬੰਦੇ ਨੂੰ ਜਿਹੜਾ ਗੈਂਗਸਟਰਵਾਦ ਦੇ ਨਾਲ ਜੁੜਿਆ ਵੀ ਨਹੀਂ ਹੈ, ਉਹਨੂੰ ਵੀ ਲੱਗਦਾ ਹੈ, ਜਿਹਨੂੰ ਚੈਲੰਜ ਕਰਦਾ ਹੈ ਵੀ ਕਰ ਲਓ ਜੋ ਕੁਝ ਕਰਨਾ, ਮੈਂ ਤਾਂ ਇਹੀ ਕਰੂੰਗਾ, ਤੇ ਉਹ ਸਿੱਧਾ ਉਹਨਾਂ ਨੂੰ ਲੱਗਦਾ ਸੀ। ਤੇ ਖਾਸ ਤੌਰ ਤੇ ਬੰਬੀਹਾ ਗਰੁੱਪ ਦੇ ਨਾਲ ਜਦੋਂ ਉਹਨਾਂ ਨੇ ਜੋੜ ਕੇ ਦੇਖ ਲਿਆ ਤੇ ਇਸ ਕਰਕੇ ਉਸ ਨੂੰ ਮਾਰਿਆ ਗਿਆ। ਉਹ ਇਹ ਠੀਕ ਕਹਿੰਦੇ ਲੱਗਦੇ ਨੇ। ਜੀ, ਮੈਂ ਇੱਕ ਅਗਲਾ ਸਵਾਲ ਜਿਹੜਾ ਆ ਉਹ ਪਿਛਲਾ ਫੇਰ ਇਹਦੇ ਵਿੱਚ ਦੁਹਰਾਇਆ ਜਾਣਾ ਕਿ ਇੱਕ ਅਜੀਤ ਦੇ ਵਿੱਚ, ਅਜੀਤ ਅਖਬਾਰ ਦੇ ਵਿੱਚ ਸੰਪਾਦਕੀ ਚੌਕੀ ਕਿ ਅਮਿਤ ਸ਼ਾਹ ਜਿਹੜੇ ਨੇ ਕੇਂਦਰੀ ਗ੍ਰਹਿ ਮੰਤਰੀ, ਉਹ ਪੰਜਾਬ ਨਾਲ ਨਾਰਾਜ਼ ਨੇ। ਉਹਦੇ ਨਤੀਜਾ BBMP ਹੋ ਗਿਆ ਜਾਂ ਹਰਿਆਣੇ ਦੇ ਨਾਲ ਵਿਧਾਨ ਸਭਾ ਦਾ ਮਸਲਾ ਜਾਂ ਹੋਰ ਵੀ ਜਿੰਨੇ ਮਸਲੇ ਪੰਜਾਬ ਨੂੰ, ਉਹਨਾਂ ਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਨਹੀਂ ਫਿੱਟ ਬਹਿੰਦੇ। ਪੰਜਾਬੀਆਂ ਦੀ ਅਣਖ ਦੀ ਗੱਲ ਜਦੋਂ ਆਉਂਦੀ ਹੈ ਕਿ ਮੰਨਦੇ ਨਹੀਂ ਤੇ ਸਰਕਾਰ ਨੂੰ ਜਿਹੜਾ ਝੁਕਾਇਆ ਕਿਸਾਨੀ ਅੰਦੋਲਨ ਹੈ ਉਹ ਸਾਰਾ ਕੁਝ ਆ, ਕਹਿੰਦੇ ਨਾਰਾਜ਼ ਨੇ ਅਮਿਤ ਸ਼ਾਹ। ਤੇ ਜਿਹੜਾ ਹੁਣ ਜਿਵੇਂ ਮੈਂ ਫੇਰ ਉਹੀ ਗੱਲ ਰਿਪੀਟ ਕਰਨ ਲੱਗਿਆ ਕਿ ਸਿਮਰਨਜੀਤ ਸਿੰਘ ਮਾਨ ਵਾਲਾ ਬਿਆਨ, ਉਹ ਵੀ ਇਹਦੇ ਨਾਲ ਹੀ ਜੋੜ ਦਿੰਦੇ ਆ ਕਿ ਉਹ ਕਹਿੰਦੇ ਕਿ ਹਰਿਆਣੇ ਵਾਲੇ ਲੋਕ ਇੱਥੇ ਗੈਂਗਸਟਰਵਾਦ ਪੈਦਾ ਕਰਦੇ ਨੇ। ਅੱਗੇ ਹੀ ਹਰਿਆਣੇ ਵਾਲੇ ਜਿਹੜੀ ਸਿਆਸਤ ਹੈ ਉਹ ਚਾਹੁੰਦੀ ਹੈ ਕਿ ਪੰਜਾਬ ਤੇ ਹਰਿਆਣਾ 'ਚ ਵਖਰੇਵੇਂ ਰਹਿਣ, ਕੇਂਦਰ ਵੀ ਉੱਤੋਂ ਲੱਗੀ ਹੋਈ ਹੈ, ਤੇ ਉਧਰੋਂ ਸਿਮਰਨਜੀਤ ਮਾਨ ਦਾ ਬਿਆਨ ਆ ਜਾਂਦਾ। ਦੇਖੋ ਕਈ ਗੱਲਾਂ ਜੁੜ ਜਾਂਦੀਆਂ ਨੇ। ਜਦੋਂ ਸਿੱਧੂ ਮੂਸੇਵਾਲਾ ਦਾ ਗਾਣਾ ਆਉਂਦਾ SYL, ਉਸ ਵੇਲੇ ਵੀ ਪੰਜਾਬ ਤੇ ਉਹ ਸਾਹਮਣੇ ਖੜਦੇ ਨਜ਼ਰ ਆਉਂਦੇ ਨੇ। ਦੇਖੋ ਗੱਲ ਤਾਂ ਇਹ ਹੋਈ ਬਹੁਤ ਦਿਨਾਂ ਬਾਅਦ ਪੰਜਾਬ ਤੇ ਹਰਿਆਣਾ ਕਿਸਾਨੀ ਲਹਿਰ 'ਚ ਹੋਇਆ ਸੀ ਇਕੱਠਾ, ਔਰ ਜਦੋਂ ਇਕੱਠੇ ਹੋਏ ਉਦੋਂ ਮੋਦੀ ਦੀ ਹੋਈ ਹਾਰ, ਤੇ ਉਹ ਹਾਰ ਕਬੂਲ ਲਈ ਪਰ ਦਿਲੋਂ ਨਹੀਂ ਕਬੂਲੀ ਗਈ। ਦਿਲੋਂ ਨਹੀਂ ਕਬੂਲੀ ਗਈ ਤੇ ਫਿਰ ਉਹਦੇ ਲਈ ਰਸਤੇ ਲੱਭੇ ਜਾਂਦੇ ਨੇ। ਹਾਲੇ ਤਾਂ ਜਿਹੜੀ ਰਿਪੋਰਟ 5 ਜਨਵਰੀ ਦੀ ਹਿੰਦੂ ਮਲਹੋਤਰਾ, ਜਸਟਿਸ ਮਲਹੋਤਰਾ ਦੀ ਅਗਵਾਈ 'ਚ ਆਈ ਹੈ, ਉਹਦੇ 'ਚ ਪਤਾ ਨਹੀਂ ਕੀ ਨਿਕਲੂਗਾ। ਉਹਨਾਂ ਨੇ ਸਬਮਿਟ ਕਰਤੀ ਹੈ ਸੁਪਰੀਮ ਕੋਰਟ ਦੇ ਵਿੱਚ। ਜਦੋਂ ਮੋਦੀ ਸਾਹਿਬ ਇਹ ਕਹਿ ਕੇ ਗਏ ਨੇ ਕਿ ਬਤਾ ਦੇਣਾ ਆਪਣੇ ਚੀਫ ਮਿਨਿਸਟਰ को मैं जिंदा वापस जा रहा हूँ, तो ਪੰਜਾਬ ਤੇ ਹਰਿਆਣਾ ਜਾਂ ਡਿਵਾਈਡ ਐਂਡ ਰੂਲ, ਇਹ ਨੀਤੀ ਹਰ ਇੱਕ ਦੀ, ਕੱਲੀ ਅਮਿਤ ਸ਼ਾਹ ਦੀ ਨਹੀਂ, ਸਭ ਦੀ ਰਹੀ ਹੈ ਕਿ ਇਹਨਾਂ ਨੂੰ ਲੜਾਓ। ਹੁਣ ਜ਼ਿਆਦਾ ਸਪਸ਼ਟ ਹੋ ਗਈ। ਹੁਣ ਸਪਸ਼ਟ ਇਸ ਕਰਕੇ ਹੋ ਗਈ ਕਿ ਕਿਸਾਨੀ ਅੰਦੋਲਨ 'ਚ ਉਹਨਾਂ ਦੀ ਪਿੱਠ ਲੱਗੀ ਸੀ, ਤੇ ਫਿਰ ਉਹਨਾਂ ਨੇ ਹਰਿਆਣਾ ਨੂੰ ਥਾਪੀ, ਜਦੋਂ ਜਿਹਨੂੰ ਲੜਾਉਣਾ ਹੁੰਦਾ ਉਹਨੂੰ ਥਾਪੀ ਦੇ ਦਿੰਦੇ ਆ। ਹੁਣ ਥਾਪੀ ਆਪਦੇ ਬੰਦੇ ਨੂੰ, ਆਪਦਾ ਭਲਵਾਨ ਹੈ ਉਹਨਾਂ ਦਾ ਮਨੋਹਰ ਲਾਲ ਖੱਟਰ, ਤੇ ਉਹਨੂੰ ਥਾਪੀ ਦੇਤੀ, ਚੱਲ ਤੂੰ ਬਣਾ ਲੈ ਚੰਡੀਗੜ੍ਹ। ਹਾਲਾਂਕਿ ਸਾਨੂੰ ਪਤਾ ਵੀ ਗੈਰ ਕਾਨੂੰਨੀ ਹੈ, ਚੰਡੀਗੜ੍ਹ 'ਚ ਤਾਂ ਹੋਰ ਕੋਈ ਬਿਲਡਿੰਗ ਬਣ ਨਹੀਂ ਸਕਦੀ। ਤੇ ਨਾਲ ਹੀ ਲੱਗਦਾ ਪੰਚਕੂਲਾ, ਕਿੰਨਾ ਕੁ ਫਰਕ ਹੈ, ਮਤਲਬ ਇੱਕ ਸੜਕ ਪਾਰ ਪੰਚਕੂਲਾ ਹੈ, ਉੱਥੇ ਬਣਾ ਲਓ। ਤੇ ਇਹ ਸਾਰਾ ਕੁਛ ਨਾਡਾ ਸਾਹਿਬ ਦੇ ਨੇੜੇ ਜਿੰਨਾ ਮਰਜ਼ੀ ਤੁਸੀਂ ਵਧੀਆ ਬਣਾ ਲਓ, ਨਾਲੇ ਪਹਾੜੀਆਂ ਦੀ ਰੌਣਕ ਹੋਈ ਤੇ ਉਦੋਂ ਵਧੀਆ ਬਣ ਜੂ, ਨਹੀਂ ਕਿਉਂਕਿ ਲੜਾਉਣਾ। ਤੇ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਅਮਿਤ ਸ਼ਾਹ, ਚਾਹੇ ਉਹ BBMP ਦਾ ਮਸਲਾ, ਪੰਜਾਬ ਨੂੰ ਨੁਕਸਾਨ ਪਹੁੰਚਾਉਣ ਵਾਲੀ ਵੱਡੀ ਗੱਲ, ਤਾਂ ਜਦੋਂ ਇੱਕ ਨਵਾਂ ਕੇਂਦਰ ਖੜਾ ਕਰਤਾ ਤੇ ਜਦੋਂ ਇਹ ਕਹਿਤਾ ਕਿ ਕੇਂਦਰ ਦੇ ਹੋਣਗੇ ਸਾਰੇ ਸਰਵਿਸਮੈਨ, ਹੁਣ ਪੰਜਾਬ ਯੂਨੀਵਰਸਿਟੀ ਉਹ 'ਚੋਂ ਨਿਕਲੇ, ਉਹ 'ਚ ਕੁਛ ਕਰਨ ਦੀ ਲੋੜ ਹੀ ਨਹੀਂ ਰਹਿਣੀ, ਕਿਉਂਕਿ ਹਾਈ ਕੋਰਟ ਦੇ ਵਿੱਚ ਜੇ ਕਾਲਜ ਜਾ ਸਕਦੇ ਨੇ। ਤੇ ਸਾਡੀ ਸਰਕਾਰ ਜਿਹੜੀ ਆ ਸੁੱਤੀ ਪਈ ਹੈ। ਸਰਕਾਰ ਤਾਂ ਕਹਿੰਦੀ ਹੈ ਠੀਕ ਹੈ ਦੇ ਦਿਓ, ਸਾਨੂੰ ਵੀ ਦੇ ਦਿਓ। ਮਤਲਬ ਕਿੰਨਾ ਵਿਚਗਾਨਾ ਜਿਹਾ। ਮੈਨੂੰ ਤਾਂ ਲੱਗਦਾ ਹੈ ਕਿ ਬਿਆਨ ਭਗਵੰਤ ਮਾਨ ਦਾ ਹੀ ਨਹੀਂ, ਇਹ ਦਿੱਲੀ ਤੋਂ ਦਿੱਤਾ ਹੈ। ਦਿੱਲੀ ਵਾਲਿਆਂ ਨੂੰ ਪਤਾ ਹੀ ਪੰਜਾਬ ਦੀ ਸਾਕੀ ਦਾ ਕਿੰਨਾ ਕੁ ਹੈ। ਟਵੀਟ ਤਾਂ ਦਿੱਲੀ ਤੋਂ ਕੀਤਾ ਲੱਗਦਾ। ਤਾਂ ਇਹ ਸਾਰਾ ਕੁਛ ਕੋਈ ਜਸਟੀਫਿਕੇਸ਼ਨ ਨਹੀਂ ਫਿਰ ਕਿਹਦੀ ਇਹਦੀ, ਕਿ ਇਸੇ ਤਰੀਕੇ ਨਾਲ ਪੰਜਾਬ ਯੂਨੀਵਰਸਿਟੀ, ਔਰ ਇਹਨਾਂ ਦੀ ਕੋਈ ਗੰਭੀਰਤਾ ਵੀ ਨਹੀਂ ਹੈ। ਜਦੋਂ ਪੰਜਾਬ ਚੰਡੀਗੜ੍ਹ ਦੇ ਮਸਲੇ ਤੇ ਮਤਾ ਪਾਸ ਕੀਤਾ, ਉਸ ਤੋਂ ਬਾਅਦ ਕੀ ਕੀਤਾ ਜੀ ਭਗਵੰਤ ਮਾਨ ਨੇ? ਕਿੱਥੇ ਗਏ ਨੇ? ਕਹਿੰਦੇ ਸੀ ਆਲ ਪਾਰਟੀ ਮੀਟਿੰਗ ਕਰਕੇ ਮਿਲਾਂਗੇ ਮੋਦੀ ਸਾਹਿਬ ਨੂੰ, ਕਿਹੜਾ ਮਿਲਿਆ? ਤਾਂ ਇਹਨਾਂ ਦੀ ਕਿਸੇ ਦੀ ਨਹੀਂ, ਇਕੱਲਾ ਅਮਿਤ ਸ਼ਾਹ ਦੇ ਨਾ ਕਿ ਭਈਏ, ਉਹ ਤਾਂ ਕਰਨਗੇ ਹੀ, ਉਹ ਤਾਂ ਲੜਾਉਣਗੇ ਹੀ। ਤੇ ਜਿਨ੍ਹਾਂ ਨੇ ਕੰਮ ਕਰਨਾ ਹੈ, ਇਹ ਕਹਿ ਦੇਣਾ ਕਿ ਅਕਾਲੀਆਂ ਨੇ ਕੀ ਕੀਤਾ, ਇਹ ਕਹਿ ਦੇਣਾ ਕਾਂਗਰਸ ਨੇ ਕੀ ਕੀਤਾ, ਉਹ ਉਹਨਾਂ ਨੇ ਨਹੀਂ ਕੀਤਾ, ਤਾਂ ਹੀ ਤਾਂ ਲੋਕਾਂ ਨੇ ਉਹਨਾਂ ਨੂੰ ਰਿਜੈਕਟ ਕੀਤਾ, ਤਾਂ ਹੀ ਤਾਂ ਬਦਲਾ ਲਿਆਂਦਾ ਵੀ ਤੁਸੀਂ ਕਰੋ। ਤੁਸੀਂ ਇਹ ਕਹਿ ਕੇ ਜਸਟੀਫਾਈ ਕੀ ਕਰਦੇ ਹੋ? ਮਤਲਬ ਮੈਂ ਪੁੱਛਿਆ ਇੱਕ ਨੂੰ, ਇਹਨਾਂ ਦੇ ਇੱਕ ਬੁਲਾਰੇ ਨੂੰ, ਮੈਂ ਕਿਹਾ ਇਹ ਮਾਨ ਸਾਹਿਬ ਨੇ ਇਹੋ ਜਿਹਾ ਬਿਆਨ ਕਿਉਂ ਦਿੱਤਾ? ਕਹਿੰਦਾ ਬਿਆਨ ਛੱਡੋ, ਅਸੀਂ ਸਿਹਤ ਦੀ ਗੱਲ ਕਰਾਂਗੇ, ਅਸੀਂ ਸਿੱਖਿਆ ਦੀ ਕਰਾਂਗੇ। ਮੈਂ ਕਿਹਾ ਬੜੀ ਕਮਾਲ ਦੀ ਗੱਲ ਹੈ। ਮੈਨੂੰ ਫਿਰ ਉਹ ਪੰਜਾਬ ਦਾ ਚੁਟਕਲਾ ਯਾਦ ਆਇਆ
ਜਿਹੜੇ ਅਕਸਰ ਕਰਦੇ ਨੇ। ਕਹਿੰਦਾ ਤੇਰੇ ਫੁੱਫੜ ਦਾ ਕੀ ਹਾਲ ਹੈ? ਕਹਿੰਦਾ ਫੁੱਫੜ ਤੋਂ ਜ਼ਿਆਦਾ ਹੈ ਕੁੱਤਾ ਤੁਹਾਡਾ, ਠੀਕ ਹੈ। ਮਤਲਬ ਗੱਲ ਕੋਈ ਹੋਰ ਹੈ ਤੇ ਕਰ ਤੁਸੀਂ ਕੀ ਰਹੇ ਹੋ। ਤੋ ਇਹ ਅਮਿਤ ਸ਼ਾਹ ਤੇ ਨਾ ਪਾਓ, ਇਹ ਆਪ ਹੀ ਜਿਹੜੇ ਨੇ ਸਾਡੇ ਵਾਲੇ ਸਿੰਸੀਅਰ ਨਹੀਂ, ਤੇ ਅਮਿਤ ਸ਼ਾਹ ਨੂੰ ਫਾਇਦਾ ਹੈ। ਪੰਜਾਬ ਤੇ ਹਰਿਆਣਾ ਦੋ ਭਰਾਵਾਂ ਨੂੰ ਲੜਾਉਂਗੇ, ਫਾਇਦਾ ਤੀਜੇ ਨੂੰ ਹੋਏਗਾ ਹੀ। ਜੀ ਵਾਲੀਆ ਸਾਹਿਬ, ਮੈਂ ਅਕਾਲੀ ਦਲ ਦੇ ਵੱਲ ਗੱਲ ਕਰਦਾ ਕਿ ਸੁਖਬੀਰ ਸਿੰਘ ਬਾਦਲ ਕਾਫੀ ਐਕਟਿਵ ਹੋ ਗਏ। ਇੱਕ ਤਾਂ ਚਰਚਾ ਇਹ ਚੱਲ ਰਹੀ ਹੈ, ਦੋ ਤਿੰਨ ਖਬਰਾਂ ਇਕੱਠੀਆਂ ਜੁੜਦੀਆਂ ਅਕਾਲੀ ਦਲ ਨਾਲ, ਕਿ ਇਹਨਾਂ ਨੇ ਕੋਈ ਕਾਰਜਕਾਰੀ ਪ੍ਰਧਾਨਾਂ ਬਾਰੇ ਅੰਦਰ ਖਾਤੇ ਚਰਚਾ ਹੋ ਰਹੀ ਹੈ ਕਿ ਲਾ ਦੇਣੇ ਨੇ। ਇੱਕ SYL ਦਾ ਗਾਣਾ ਜਿਹੜਾ ਸਿੱਧੂ ਮੂਸੇਵਾਲੇ ਦਾ ਬੈਨ ਹੋਇਆ ਸੀ, ਤੇ ਰਿਹਾਈ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕੰਵਰ ਗਰੇਵਾਲ ਦਾ ਗਾਣਾ ਆਇਆ ਸੀ YouTube ਤੇ, ਉਹ ਬੈਨ ਕਰ ਦਿੱਤੇ ਨੇ ਕੇਂਦਰ ਨੇ। ਉਹਨੂੰ ਲੈ ਕੇ ਉਹਨਾਂ ਨੇ ਅੱਜ ਮੋਟਰਸਾਈਕਲ ਜਿਹੜੀ ਹੈ ਉਹ ਟਰੈਕਟਰਾਂ ਦੀ ਰੈਲੀ ਕੱਢਣੀ ਹੈ ਸ਼ਾਇਦ, ਤੇ ਸੁਖਬੀਰ ਸਿੰਘ ਬਾਦਲ ਕਾਫੀ ਐਕਟਿਵ ਨੇ। ਯੂਥ ਅਕਾਲੀ ਦਲ ਜਿਹੜਾ ਉਹਨੂੰ ਨਾਲ ਲੈ ਕੇ ਚੱਲ ਰਹੇ ਨੇ ਕਿ ਅਸੀਂ ਇਸ ਪਾਸੇ ਵੱਲ ਨੂੰ ਤੁਰ ਰਹੇ ਹਾਂ। ਨਾਲੋਂ ਇਹ ਵੀ ਗੱਲ ਕਹਿੰਦੇ ਨੇ ਕਿ ਅਸੀਂ ਬੰਦੀ ਸਿੰਘਾਂ ਦੇ ਜਿਹੜੇ ਰਾਸ਼ਟਰਪਤੀ ਉਹਦੇ ਦੇ ਉਮੀਦਵਾਰ ਨੇ ਦ੍ਰੋਪਦੀ ਮੁਰਮੂ, ਉਹਨਾਂ ਨੂੰ ਚਿੱਠੀ ਵੀ ਲਿਖੀ ਆ, ਤੇ ਇੱਕ ਇੰਟਰਵਿਊ ਦੇ ਵਿੱਚ ਉਹ ਗੱਲ ਕਰ ਰਹੇ ਸੀ ਕਿ ਅਸੀਂ ਤਾਂ ਸਪੋਰਟ ਕੀਤੀ ਹੈ BJP ਨੂੰ ਰਾਸ਼ਟਰਪਤੀ ਉਮੀਦਵਾਰ ਦੇ ਲਈ ਕਿਉਂਕਿ ਸਾਨੂੰ ਏਦਾਂ ਲੱਗਦਾ ਕਿ ਕਾਂਗਰਸ ਨਾਲ ਜਾ ਨਹੀਂ ਸਕਦੇ। ਕਹਿੰਦੇ ਮੁਰਮੂ ਜੀ ਦਾ ਮੈਨੂੰ ਫੋਨ ਆਇਆ ਸੀ, ਉਹ ਕਹਿੰਦੇ ਮੈਂ ਗਰੀਬ ਪਰਿਵਾਰ ਤੋਂ ਆ ਤੇ ਮੈਂ ਆਦੀਵਾਸੀਆਂ ਦੇ ਪਰਿਵਾਰ ਚੋਂ ਆ, ਤੁਸੀਂ ਮੈਨੂੰ ਸਪੋਰਟ ਕਰੋ। ਕਹਿੰਦੇ ਇਸ ਕਰਕੇ ਅਸੀਂ ਉਸ ਪਾਸੇ ਵੱਲ ਨੂੰ ਸਪੋਰਟ ਕਰਤਾ। ਪਰ ਬੰਦੀ ਸਿੰਘਾਂ ਦੀ ਰਿਹਾਈ ਇਹ ਇੱਕ ਮੁੱਦਾ ਜਿਹੜਾ ਉਹ ਅਕਾਲੀ ਦਲ ਲਈ ਵੱਡਾ ਬਣਿਆ ਹੋਇਆ। ਦੇਖੋ ਜੀ, ਕੋਈ ਮੁੱਦਾ ਨਹੀਂ ਵੱਡਾ ਬਣਿਆ, ਬਿਲਕੁਲ ਤਰਲੇ ਮਾਰ ਰਿਹਾ ਸੁਖਬੀਰ ਸਿੰਘ ਬਾਦਲ ਕਿ ਕਿਸੇ ਤਰੀਕੇ ਨਾਲ ਮੈਨੂੰ ਮੇਰੀ ਸਿਆਸੀ ਜ਼ਮੀਨ ਥੋੜੀ ਬਹੁਤੀ ਮਿਰਜੇ ਚ ਜ਼ਿਆਦਾ ਨਹੀਂ। ਦੇਖੋ ਆ ਜਿਹੜੀ ਤੁਸੀਂ ਪਹਿਲਾਂ ਪਿੱਛੋਂ ਸ਼ੁਰੂ ਕਰਦੇ ਆ ਤੁਹਾਡੀ ਇਸ ਗੱਲ ਦਾ ਜਵਾਬ, ਤੇ ਜਿਹੜਾ ਇਹਨੇ ਇਹ ਗੱਲ ਕਹਿਣੀ ਪਈ ਕਿ ਇਹ ਰਾਸ਼ਟਰਪਤੀ ਤੇ ਬੀਬੀ ਨੂੰ ਮੁਰਮੂ ਨੂੰ ਵੋਟ ਪਾਉਣੀ ਹੈ, ਕਿਉਂਕਿ ਜਿਹੜਾ ਛੱਕਾ ਮਾਰਿਆ ਸਿਮਰਨਜੀਤ ਸਿੰਘ ਮਾਨ ਨੇ, ਉਹ ਕਹਿੰਦਾ ਵੀ ਮੈਂ ਵੋਟ ਤਾਂ ਪਾਉਂ, ਪਹਿਲਾਂ ਦੋਨੇ ਮੈਨੂੰ ਦੱਸੋ, ਦੋਨੇ ਉਮੀਦਵਾਰ ਤੁਹਾਡਾ ਸਾਡੇ ਘੱਟ ਗਿਣਤੀਆਂ ਬਾਰੇ ਤੁਹਾਡੇ ਵਿਚਾਰ ਕੀ ਨੇ। ਇਹ ਇਸ ਗੱਲ 'ਚ ਪਛੜ ਗਿਆ। ਹੁਣ ਜੋ ਮਰਜ਼ੀ ਜਸਟੀਫਿਕੇਸ਼ਨ ਦੇਈ ਜਾਵੇ ਵੀ ਉਹ ਗਰੀਬ ਘਰ ਚੋਂ ਆ, ਅਮੀਰ ਘਰ ਚੋਂ ਆ, ਇਹ ਸਵਾਲ ਕਰ ਸਕਦਾ ਸੀ ਸੁਖਬੀਰ ਸਿੰਘ ਬਾਦਲ। ਇਹ ਤਾਂ ਨੱਡਾ ਦੇ ਟੈਲੀਫੋਨ ਤੋਂ ਬਾਗੋ ਬਾਗ ਹੋ ਗਿਆ ਕਿ ਬਹੁਤ ਕੁਝ ਹੋ ਗਈ। ਸੋ ਸੁਖਬੀਰ ਸਿੰਘ ਬਾਦਲ ਤਾਂ ਆ ਹੁਣ ਬੰਦੀ ਸਿੰਘਾਂ ਦੀ ਗੱਲ ਲੈ ਲਓ, ਬੰਦੀ ਸਿੰਘਾਂ ਦੇ ਨਾਂ ਤੇ ਇਲੈਕਸ਼ਨ ਲੜੀ, ਤੇ ਬੰਦੀ ਸਿੰਘਾਂ ਦੇ ਨਾਂ ਤੇ ਮੈਂ ਪਹਿਲਾਂ ਕਿਹਾ ਸੀ ਕਿ ਕੋਈ MP ਬੰਦੀ ਸਿੰਘਾਂ ਨੂੰ ਛੁਡਾ ਸਕਦਾ। ਮੰਨ ਲਓ ਜੇ ਬੀਬੀ ਜਿੱਤ ਵੀ ਜਾਂਦੀ ਤਾਂ ਬੰਦੀ ਸਿੰਘਾਂ ਦੇ ਨਾਂ ਤੇ ਬੰਦੀ ਸਿੰਘ ਨੂੰ ਛੁਡਾ ਲੈਂਦੇ, ਤੇ ਬੰਦੀ ਸਿੰਘਾਂ ਜੇ ਛੁਡਾ ਲੈਂਦੇ ਤਾਂ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ MP ਦੇ ਇਹਨਾਂ ਨੇ ਕਿਉਂ ਨਹੀਂ ਛੁਡਾਏ ਜੀ? ਫਿਰ ਉਹ ਲੋਕ ਸਭਾ ਦੇ ਮੈਂਬਰ ਦੀ ਜੇ ਬਣਾਉਣਾ ਸੀ, ਇਹਨਾਂ ਨੇ ਕਿਉਂ ਨਹੀਂ ਛੁਡਾਏ? ਤੇ ਜਿਹੜੀ ਇਹਨਾਂ ਨੇ ਕਮੇਟੀ ਦਾ ਤਰਲਾ ਲਿਆ ਸੀ, ਉਹ ਚ ਵੀ ਅਸਲ ਦੇ ਵਿੱਚ ਪਿਛਲੇ 2-3 ਮੀਟਿੰਗਾਂ ਚ ਜਦੋਂ 11 ਮੈਂਬਰੀ ਕਮੇਟੀ ਬਣਾਈ, ਉਦੋਂ 2 ਬੰਦਿਆਂ ਨੇ ਢਾਲੇ। ਪਹਿਲਾਂ ਤਾਂ ਸਿਮਰਜੀਤ ਸਿੰਘ ਮਾਨ ਨੇ ਅੱਖ ਮਾਰ ਕੇ ਖਾਲਸਤਾਨ ਦਾ ਮਤਾ ਪਾਸ ਕਰਾ ਲਿਆ। ਦੂਜਾ ਬਲਜੀਤ ਸਿੰਘ ਦਾਦੂਵਾਲ ਪੈ ਗਿਆ, ਕਹਿੰਦਾ ਵੀ ਇਹਨਾਂ ਨੂੰ ਕੀ, ਇਹ ਤਾਂ ਬੇਅਦਬੀ ਕਰਾਉਣ ਵਾਲੇ ਨੇ, ਇਹ ਤਾਂ ਆਪ ਬਣਾਉਣ ਵਾਲੇ ਨੇ। ਇੱਕ ਜੇ ਮੀਟਿੰਗ ਚ 11 ਮੈਂਬਰੀ ਕਮੇਟੀ ਦਾ ਮੈਂਬਰ ਸੁਖਬੀਰ ਸਿੰਘ ਬਾਦਲ ਹੋ, ਮੈਂ ਨਹੀਂ ਰਹਿੰਦਾ, ਇਹਨੂੰ ਕੱਢੋ। ਜਿਹੜੀ ਪਹਿਲੇ ਦਿਨ ਹੀ ਰੌਲਾ ਉੱਥੋਂ ਨਿਕਲੇ। ਸੰਗਰੂਰ ਵਾਲੀ ਇਲੈਕਸ਼ਨ, ਉਹਦੇ ਚ ਵੀ ਮਾਤ ਕਰ ਗਏ। ਉਹ ਇਸ਼ੂ ਉਹਨਾਂ ਕੋਲ ਕੋਈ ਪੰਥਕ ਹੈ ਨਹੀਂ। ਹੁਣ ਆ ਚੱਕ ਲਿਆ SYL ਔਰ ਰਿਹਾਈ, ਇਹ ਕਿੰਨੇ ਕੁ ਲੋਕਾਂ ਦੇ ਕੋਲ ਜਾਣੀ ਹੈ ਗੱਲ, ਜਾਂ ਕਿੱਡਾ ਕੁ ਮਸਲਾ। ਫਿਰ ਹਾਲੇ ਦੂਜਾ ਮਸਲਾ ਮਾਨ ਸਾਹਿਬ ਵਾਲਾ ਵੱਡਾ ਸੀ ਕਿ ਭਗਵੰਤ ਮਾਨ ਆਪਣਾ ਟਵੀਟ ਵਾਪਸ ਲੈ ਦੇ, ਉਹ ਜ਼ਿਆਦਾ ਵੱਡਾ ਮਸਲਾ ਹੈ ਕਿ ਉਹ ਪੰਜਾਬ ਚੰਡੀਗੜ੍ਹ ਦੇ ਮਸਲੇ ਤੇ ਹੈ। ਉਹਦੇ ਚ ਇਸ ਕਰਕੇ ਨਹੀਂ ਆਉਂਦੇ ਵੀ ਆਪ ਨਿਊ ਚੰਡੀਗੜ੍ਹ ਵਸਾਇਆ, ਆਪ ਦਫ਼ਤਰ ਲੈ ਗਏ ਨੇ, ਉਹਦੇ ਡਿਫੈਂਸਿਵ ਨੇ, ਆਪਦੀਆਂ ਕਿੱਤੀਆਂ ਮੂਹਰੇ ਆ ਜਾਂਦੀਆਂ ਨੇ। ਤੇ ਜਿਵੇਂ ਉਧਰ ਚ ਆਉਂਦੀਆਂ ਨੇ ਬੰਦੀ ਸਿੰਘਾਂ ਚ ਆਉਂਦੀਆਂ ਨੇ, ਜਿਵੇਂ ਆਉਂਦੀਆਂ ਨੇ ਜੋ ਬੇਅਦਬੀ ਦਾ ਮਾਮਲਾ ਹੋਇਆ ਉਹਦੇ ਚ ਜਵਾਬ ਕਿੱਥੋਂ ਦੇਣਗੇ? ਗਲਤੀਆਂ ਵੱਡੀਆਂ ਕੀਤੀਆਂ ਹੋਈਆਂ ਨੇ। ਤੇ ਹੁਣ ਕਿਉਂ ਇਹ ਕੰਮ ਹੋ ਰਿਹਾ? ਉਹ ਹੋ ਰਿਹਾ 3 ਬੰਦੇ ਮੈਂ ਸ਼ੁਰੂ ਚ ਮੰਨਦਾ ਕਿ ਇਹਦੇ ਲਈ ਜਦੋਂ ਸੰਗਰੂਰ ਦੀ ਹਾਰ ਹੁੰਦੀ ਹੈ, ਜਦੋਂ 6% ਵੋਟ ਰਹਿ ਜਾਂਦੀ ਹੈ, ਤਾਂ ਉਦੋਂ ਜਿਹੜੀ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਕਿ ਜੀ ਤੁਸੀਂ ਹੁਣ ਤਬਦੀਲ ਕਰ ਦਿਓ। ਪਹਿਲਾਂ ਬੋਲਦਾ ਸ਼੍ਰੋਮਣੀ ਕਮੇਟੀ ਦਾ ਜਨਰਲ ਸਕੱਤਰ ਕਰਨੈਲ ਸਿੰਘ ਪੰਜੋਲੀ ਕਿ ਸਾਰੇ ਅਹੁਦੇਦਾਰ ਆਪਣੇ ਅਸਤੀਫੇ ਦਿਓ ਤੇ ਜਾ ਕੇ ਅਕਾਲ ਤਖਤ ਸਾਹਿਬ ਤੇ ਸੌਂਪ ਦਿਓ। ਉਹ ਮੇਰੇ ਨਾਲ ਉਹਨਾਂ ਨੇ ਇੱਕ ਇੰਟਰਵਿਊ ਕੀਤੀ ਆਨਲਾਈਨ, ਕਹਿੰਦੇ ਸ਼੍ਰੋਮਣੀ ਕੱਲ ਕਿਸੇ ਦੇ ਪਿਓ ਦਾ ਨਹੀਂ ਹੈ, ਅਸੀਂ ਵੀ ਖੂਨ ਦਿੱਤਾ ਇਹਦੇ ਲਈ, ਅਸੀਂ ਵੀ ਕੈਦਾਂ ਕੱਟੀਆਂ ਨੇ। ਜਦੋਂ ਇਹੋ ਜਿਹੀ ਆਵਾਜ਼ ਉੱਠਦੀ ਹੈ, ਕੋਈ ਨਹੀਂ ਬੋਲਿਆ, ਕੋਈ ਕੰਟਰਾਡਿਕਟਿੰਗ ਕੀਤਾ। ਫਿਰ ਉੱਠਦਾ ਜਗਵੀਰ ਸਿੰਘ ਬਰਾੜ, ਜਿਹਨੇ 1999 ਚ ਇਹਨੂੰ ਹਰਾਇਆ ਸੀ ਸੁਖਬੀਰ ਸਿੰਘ ਬਾਦਲ ਨੂੰ
ਲੋਕ ਸਭਾ 'ਚ ਉਦੋਂ ਹਰਾਇਆ ਸੀ ਜਦੋਂ ਸੁਖਬੀਰ ਸਿੰਘ ਬਾਦਲ ਦੇ ਪਿਤਾ ਜੀ ਪੰਜਾਬ ਦੇ ਮੁੱਖ ਮੰਤਰੀ ਸੀ, ਉਸ ਵੇਲੇ ਹਰਾਇਆ ਸੀ। ਤੇ ਉਹ ਜਗਮੀਤ ਸਿੰਘ ਬਰਾੜ ਕਹਿੰਦਾ ਕਿ ਬਾਦਲਾਂ ਦੀਆਂ ਘੋੜੀਆਂ ਗੋਲੀਆਂ ਛੱਡੋ ਹੁਣ। ਤੇ ਉਦੋਂ ਪਹਿਲਾਂ ਉਹਨੇ ਇੱਕ ਫਾਰਮੂਲਾ ਵੀ ਦਿੱਤਾ, ਆ ਜਿਹੜਾ ਫਾਰਮੂਲੇ ਤੇ ਤੁਸੀਂ ਸਵਾਲ ਕੀਤਾ ਕਿ ਮਾਝਾ ਮਾਲਵਾ ਦੁਆਬਾ ਇਹਦਾ ਇੱਕ ਆਪਾਂ ਕਾਰਜਕਾਰੀ ਪ੍ਰਧਾਨ ਬਣਾ ਦਿਓ। ਉਦੋਂ ਅਗਲੀ ਜਿਹੜੀ ਉਹਨਾਂ ਦੀ ਪੋਸਟ ਹੈ ਉਹ ਜ਼ਿਆਦਾ ਖਤਰਨਾਕ ਹੈ। ਉਹ ਕਹਿੰਦਾ ਇਹ ਛੱਡੋ, ਹੁਣ ਆਪਾਂ ਕਰੋ ਕਾਨਫਰੰਸਾਂ ਥਾਂ ਥਾਂ ਤੇ, ਆਪਾਂ ਬਦਲੀ ਤੋਂ ਬਿਨਾਂ ਕੁਛ ਨਹੀਂ ਬਣਨਾ। ਫਿਰ ਰਹਿ ਗਿਆ ਸੁਖਬੀਰ ਸਿੰਘ ਢੀਂਡਸਾ ਜਾਂ ਪਰਮਿੰਦਰ ਸਿੰਘ ਢੀਂਡਸਾ, ਉਹ ਕਹਿੰਦਾ ਜੀ ਅਸੀਂ ਵੀ ਆਉਣ ਨੂੰ ਤਿਆਰ ਹਾਂ, ਲੇਕਿਨ ਬਾਸ ਸ਼ਰਤ, ਤੇ ਸ਼ਰਤ ਸਾਡੀ ਇਹ ਹੈ ਵੀ ਇਹ ਅਸਤੀਫਾ ਦੇਣ। ਤੋਂ ਇੱਕ ਕਿਸਮ ਦਾ ਦਬਾਅ ਇਸ ਕਰਕੇ ਵੀ ਬਣਿਆ। ਜਿਹੜੀ ਕਮੇਟੀ ਆਪ ਬਣਾਈ ਸੀ ਇਕਬਾਲ ਸਿੰਘ ਝੁੰਦਾ ਦੀ ਅਗਵਾਈ 'ਚ, ਉਹ ਵੀ ਕਹਿੰਦੀ ਹੈ ਵੀ ਤਬਦੀਲੀ ਕਰੋ। ਤੇ ਹੁਣ ਉਹਦਾ ਇਲਾਜ ਲੱਭਿਆ ਕਿ ਐਂ ਕਰੀਏ ਵੀ ਹਾਲ ਦੀ ਘੜੀ ਐਂ ਧਰਨਾ ਲਾਈਏ, ਆਪਾਂ 3-4 ਕਾਰਜਕਾਰੀ ਪ੍ਰਧਾਨ ਬਣਾ ਦਈਏ ਤੇ 24 ਦੀ ਇਲੈਕਸ਼ਨ ਤੱਕ ਐਂ ਪ੍ਰੈਜ਼ੀਡੀਅਮ ਬਣਾ ਕੇ ਕੰਮ ਚਲਾਈਏ। ਤੇ ਉਸ ਤੋਂ ਬਾਅਦ ਫਿਰ ਜਦੋਂ ਜੇ ਹਾਲਾਤ ਜੇ ਠੀਕ ਹੋ ਗਏ, ਜੇ ਰਿਵਾਈਵ ਹੋ ਗਿਆ ਸ਼੍ਰੋਮਣੀ ਅਕਾਲੀ ਦਲ, ਮੁੜ ਸਰਜੀਤ ਹੋ ਗਿਆ, ਤੇ ਫਿਰ ਆਪਾਂ ਜਿਹੜਾ ਹੈ ਪ੍ਰਧਾਨ ਸਾਹਿਬ ਨੂੰ ਫਿਰ ਬੁਲਾ ਲਾਂਗੇ। ਇਸ ਕਿਸਮ ਦੀ ਪੈਂਤੜਾ, ਇਸ ਕਿਸਮ ਦੀ ਸਟ੍ਰੈਟਜੀ ਬਣਾਈ ਜਾ ਰਹੀ ਹੈ। ਲੇਕਿਨ ਹਾਲਾਤ ਉਨਾ ਚਿਰ ਨਹੀਂ ਠੀਕ ਹੋਣੇ ਜਿੰਨਾ ਚਿਰ ਹੁਣ ਇਹ ਤਬਦੀਲੀ ਨਹੀਂ ਹੋਣੀ। ਇੱਕ ਕੁਰਬਾਨੀ ਮੰਗਦਾ ਹੈ ਹੁਣ ਸ਼੍ਰੋਮਣੀ ਅਕਾਲੀ ਦਲ, ਤੇ ਕੁਰਬਾਨੀ ਵੀ ਉਹ ਸੁਖਬੀਰ ਬਾਦਲ ਦੀ ਪ੍ਰਧਾਨਗੀ ਦੀ ਮੰਗਦਾ, ਤੇ ਫਿਰ ਇਹ ਰਿਵਾਈਵ ਹੋ ਸਕਦੀ ਹੈ ਪਾਰਟੀ। ਵਾਲੀਆ ਸਾਹਿਬ, ਮੇਰਾ ਆਖਰੀ ਸਵਾਲ ਹੈ ਕਿ ਭਿੰਡਰਾਂ ਵਾਲਿਆਂ ਦਾ ਨਾਮ ਲੈਂਦੇ ਹੀ ਪੰਜਾਬ ਦੀ ਸਿਆਸਤ 'ਚ ਉਥਲ ਪੁਥਲ ਮਚ ਜਾਂਦਾ ਕਿ ਜਿਹੜੀ ਵੀ ਸਿਆਸੀ ਪਾਰਟੀ ਇਹਦਾ ਨਾਮ ਲਏਗੀ ਉਹਨੂੰ ਖਾਲਿਸਤਾਨ ਨਾਲ ਜੋੜ ਦਿੱਤਾ ਜਾਂਦਾ। ਪਿਛਲੇ ਦਿਨਾਂ 'ਚ PRTC ਬੱਸਾਂ ਦਾ ਰੌਲਾ ਕਾਫੀ ਪਿਆ ਸੀ ਕਿ ਉੱਥੇ ਤਸਵੀਰਾਂ ਲੱਗ ਗਈਆਂ। ਹੁਣ ਇੱਕ ਨਵੀਂ ਚਰਚਾ ਚੱਲ ਰਹੀ ਹੈ ਕਿ ਪੰਜਾਬੀ ਯੂਨੀਵਰਸਿਟੀ ਦੇ ਕਿਸੇ ਪ੍ਰੋਫੈਸਰ ਨੇ, ਸ਼ਾਇਦ ਸਾਬਕਾ ਪ੍ਰੋਫੈਸਰ ਨੇ, ਉਹਨਾਂ ਨੇ ਕੋਈ ਕਿਤਾਬ ਲਿਖੀ, ਉਹ 'ਚ ਭਿੰਡਰਾਂ ਵਾਲਿਆਂ ਪ੍ਰਤੀ ਆਪੱਤੀਜਨਕ ਕੁਝ ਟਿੱਪਣੀਆਂ ਕੀਤੀਆਂ, ਤੇ ਉਹਨੂੰ ਲੈ ਕੇ ਸ਼੍ਰੋਮਣੀ ਕਮੇਟੀ ਨੇ ਇਤਰਾਜ਼ ਵੀ ਜਤਾਇਆ। ਸਿੱਖ ਜਥੇਬੰਦੀਆਂ ਵੱਲੋਂ ਵੀ ਇਤਰਾਜ਼ ਜਤਾਇਆ ਜਾ ਰਿਹਾ, ਮਾਫੀ ਕਿਹਾ ਮੰਗ ਲਓ, ਤੇ ਇਹ ਵੀ ਕਿਹਾ ਕਿ ਤੁਸੀਂ ਉਹਦੇ ਵਿੱਚ ਸੋਧ ਵੀ ਕਰੋ। ਇਹ ਸਾਰਾ ਕੁਝ ਹੋ ਰਿਹਾ, ਇਹਨੂੰ ਕਿੱਦਾਂ ਦੇਖਦੇ? ਦੋ ਗੱਲਾਂ ਸੁਖਵਿੰਦਰ ਜੀ, ਜਿਹੜਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਯੂਨੀਵਰਸਿਟੀ ਦੀ ਵਰਕਿੰਗ ਦਾ ਨਹੀਂ ਪਤਾ, ਨੰਬਰ 1। ਨੰਬਰ 2, ਜਿਹੜੇ ਇਹ ਲੱਭਦੇ ਫਿਰਦੇ ਨੇ ਕੋਈ ਪੰਥਕ ਮੁੱਦਾ, ਇਹ ਬੰਦੇ ਕਦੋਂ ਪਹਿਲਾਂ ਭਿੰਡਰਾਂ ਵਾਲੇ ਨੂੰ, ਜਦੋਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ, ਮੈਂ ਇੰਟਰਵਿਊ ਕੀਤੀ ਹੈ ਉਹਨਾਂ ਨੂੰ, ਮੈਨੂੰ ਪਤਾ ਇਹਨਾਂ ਨੂੰ ਕੀ ਸਮਝਦੇ ਸੀ ਉਹ। ਲੇਕਿਨ ਚਲੋ, ਹਰਜਿੰਦਰ ਸਿੰਘ ਧਾਮੀ ਨੇ ਤਾਂ ਉਹੀ ਗੱਲ ਕਰਨੀ ਹੈ ਜੋ ਉਹਨਾਂ ਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਰਨੀ ਹੈ। ਜੇ ਉਹਨਾਂ ਨੇ ਸਹੀ ਗੱਲ ਕਰਨੀ ਹੁੰਦੀ ਤਾਂ ਉਹ ਅਕਾਲ ਤਖਤ ਸਾਹਿਬ ਦਾ ਆਦੇਸ਼ ਉਹਨੂੰ ਮੰਨਦੇ। ਆਦੇਸ਼ ਸੀ ਕਿ ਉਹਦੇ ਲਈ ਚੈਨਲ ਚਲਾਓ, ਗੁਰਬਾਣੀ ਸਭ ਦੀ ਸਰਬ ਸਾਂਝੀ ਗੁਰਬਾਣੀ ਹੈ, ਤੇ ਉਹ ਚੈਨਲ ਤਾਂ ਛੱਡੋ, YouTube ਚੈਨਲ ਲਈ ਹੱਦ ਤੱਕ ਚਲਾਇਆ। ਤੋਂ ਇਹ ਉਹਨਾਂ ਚੋਂ ਹੈ ਜਿਹੜਾ ਐਡਵੋਕੇਟ ਧਾਮੀ ਹੈ। ਇਹਨਾਂ ਨੂੰ ਨਹੀਂ ਪਤਾ ਕਿ ਜਿਹੜਾ ਡਿਸਟੈਂਸ ਐਜੂਕੇਸ਼ਨ ਹੈ, ਇਹਦੇ 'ਚ ਕੋਈ ਕਿਤਾਬ ਨਹੀਂ ਹੁੰਦੀ। ਇਹਦੇ 'ਚ ਬੱਚੇ ਜਿਹੜੇ ਦੂਰ ਰਹਿ ਕੇ ਪੜ੍ਹਦੇ ਨੇ, ਸਿਰਫ 7 ਦਿਨ ਲਈ PCP ਕਹਿੰਦੇ ਨੇ, ਉਹ ਪਰਸਨਲ ਕੰਟੈਕਟ ਪ੍ਰੋਗਰਾਮ, ਉਦੋਂ ਆਉਂਦੇ ਨੇ। ਇਹ ਜਿਹੜੇ ਇਹਦੇ 'ਚ ਕਿਤਾਬ ਨਹੀਂ ਕੋਈ ਹੈ। ਇਹਦੇ 'ਚ ਜਿਹੜਾ ਨੋਟਸ ਭੇਜਦੇ ਆ ਜਾਂ ਜਿਹੜਾ ਲੈਸਨ ਭੇਜਦੇ ਆ, ਉਹ ਲੈਸਨ ਹੈ ਇੱਕ ਲਿਖਿਆ ਹੋਇਆ, ਉਹ ਲੈਸਨ ਹੈ ਡਾਕਟਰ ਜਮਸ਼ੇਦ ਅਲੀ ਖਾਨ ਦਾ। ਜਮਸ਼ੇਦ ਅਲੀ ਖਾਨ ਨੇ ਪੰਜਾਬ ਰਾਜਨੀਤੀ ਕਿਤਾਬ ਵੀ ਲਿਖੀ ਹੋਈ ਹੈ। ਜਮਸ਼ੇਦ ਅਲੀ ਖਾਨ ਡਿਸਟੈਂਸ ਐਜੂਕੇਸ਼ਨ ਦਾ ਰਿਹਾ ਮੁਖੀ ਵੀ। ਔਰ ਇਹ ਜਿਹੜਾ ਲੈਸਨ ਜਿਹਦਾ ਅੱਜ ਇਹਨਾਂ ਨੇ ਜ਼ਿਕਰ ਕੀਤਾ ਹੈ, ਕਿਉਂਕਿ ਅੱਜ ਇਹਨਾਂ ਨੂੰ ਠੀਕ ਲੱਗਿਆ ਜਾਂ ਕਿਸੇ ਨੇ ਦੱਸਤਾ ਹੋਊਗਾ, ਤੇ ਦੱਸਿਆ ਉਹਨੇ ਲੈਸਨ ਨੇ, ਉਹਨੂੰ ਕਿਤਾਬ ਬਣਾ ਕੇ ਦੱਸਤਾ। ਅਸਲ ਦੇ ਵਿੱਚ ਇਹ ਲੈਸਨ ਜਿਹੜਾ ਹੈ ਪੁਰਾਣਾ ਹੈ, ਤੇ ਉਹ ਪੁਰਾਣਾ ਲੈਸਨ, ਉਹਦੇ ਵਿੱਚ ਮੈਂ ਜਦੋਂ ਉਹਨੂੰ ਦੇਖਿਆ ਮੈਨੂੰ ਵੀ ਹੈਰਾਨੀ ਹੋਈ ਸੀ ਕਿ ਕਿਉਂਕਿ ਇੱਕ ਜਿਹੜਾ ਹੈ ਸਾਬਕਾ ਪ੍ਰੋਫੈਸਰ ਹੈ, ਹਾਲਾਂਕਿ ਇੱਥੇ ਪੜ੍ਹਿਆ, ਮਰੇਕੋਟਲੇ ਪੜ੍ਹਿਆ ਇੱਥੇ, ਲੇਕਿਨ ਕਈ ਸ਼ਬਦ ਜਿਹੜੀ ਖਾੜਕੂਬਾਦ ਨੂੰ ਸਿੱਖ ਜੰਗਜੂ ਲਿਖਿਆ, ਇਹੋ ਜਿਹੀਆਂ ਗੱਲਾਂ ਤਾਂ ਲਿਖੀਆਂ। ਔਰ ਇਹਦੇ 'ਚ ਬਿਲਕੁਲ ਸਹੀ ਕਿਹਾ ਕਿ ਭਿੰਡਰਾਂ ਵਾਲੇ ਨੂੰ ਅੱਤਵਾਦ ਨਾਲ ਜੋੜਿਆ ਹੋਇਆ ਹੈ, ਇਹਦੇ 'ਚ ਕੋਈ ਦੋਰਾਵਾ ਨਹੀਂ, ਪਰ ਉਹ ਕਿਤਾਬ ਨਹੀਂ ਹੈ। ਤੇ ਉਹਦੇ ਕੋਲ ਤਰਕ ਹੈ। ਮੇਰੀ ਡਾਕਟਰ ਜਸਮੇਦ ਅਲੀ ਖਾਨ ਨਾਲ ਗੱਲ ਹੋਈ, ਮੈਂ ਕਿਹਾ ਵੀ ਤੁਸੀਂ ਕੀ ਕਹੋਗੇ, ਤੁਸੀਂ ਇਹ ਕਿਉਂ ਭਿੰਡਰਾਂ ਵਾਲੇ ਨੂੰ, ਤੁਸੀਂ ਤਾਂ ਪੰਜਾਬ ਤੇ ਕਿਤਾਬ ਲਿਖੀ ਹੈ, ਤੁਹਾਨੂੰ ਤਾਂ ਪਤਾ ਵੀ ਇਹ ਤੁਸੀਂ ਇਸ ਤਰ੍ਹਾਂ ਦੀ ਗਲਤੀ ਕਿਵੇਂ ਕਰ ਗਏ। ਕਹਿੰਦੇ ਪਹਿਲੀ ਤਾਂ ਗੱਲ ਹੈ ਪੁਰਾਣੇ ਲਿਖੇ ਹੋਏ ਨੇ, ਫਿਰ ਇਹਨੂੰ ਬੈਟ ਕਰਨ ਵਾਲੇ, ਇਹਨੂੰ ਠੀਕ ਕਰਨ ਵਾਲੇ ਕੋਈ ਹੋਰ ਨੇ, ਉਹ ਕਰ ਦਿੰਦੇ ਠੀਕ। ਤੀਜੀ ਗੱਲ ਉਹਨਾਂ ਨੇ ਕਹੀ ਕਿ ਮੈਂ ਤਾਂ ਰੈਫਰੈਂਸ ਵੀ ਦਿੱਤੇ ਹੋਏ ਨੇ ਵੀ ਕਿੱਥੋਂ ਚੱਕਿਆ। ਸੋ ਇਹ ਇੱਕ
ਜਿਹੜਾ ਡਾਕਟਰ ਅਰਵਿੰਦ ਪ੍ਰੋਫੈਸਰ ਅਰਵਿੰਦ ਨੂੰ ਇਹ ਕਹਿਣਾ ਕਿ ਮਾਫੀ ਮੰਗਣ, ਮੈਨੂੰ ਇਹ ਲੱਗਦਾ ਕਿ ਪਹਿਲਾਂ ਤੁਸੀਂ ਐਡਵੋਕੇਟ ਧਾਮੀ ਸਾਹਿਬ ਇਸ ਗੱਲ ਨੂੰ ਸਹੀ ਕਰੋ ਵੀ ਇਹ ਕਿਤਾਬ ਕਿਹੜੀ ਹੈ, ਕਿਹਦੀ ਲਿਖੀ ਆ। ਉਹ ਇੱਕ ਲੈਸਨ ਹੈ, ਇੱਕ ਨੋਟਸ ਹੈ। ਨੋਟਸ ਕਿਹਨੇ ਲਿਖਿਆ ਉਹ ਮੈਂ ਤੁਹਾਨੂੰ ਦੱਸਦਾ। ਜਮਸ਼ੇਦ ਅਲੀ ਖਾਨ ਨੇ। ਕਦੋਂ ਲਿਖਿਆ? 8-9 ਸਾਲ ਪੁਰਾਣਾ। ਤੇ ਬੈਟ ਆਏ ਸਾਲ ਹੁੰਦਾ, ਆਏ ਸਾਲ ਕਰੈਕਟ ਕਰਨ ਵਾਲੇ ਪੁੱਛ ਲਓ ਡਿਪਾਰਟਮੈਂਟ ਤੋਂ। ਤੇ ਜਿਹੜੇ ਉਸ ਡਿਪਾਰਟਮੈਂਟ ਦੇ ਅੱਜ ਕੱਲ ਹੈਡ ਨੇ ਡਾਕਟਰ ਸਤਨਾਮ ਸਿੰਘ ਸੰਧੂ, ਉਹ ਕਹਿੰਦੇ ਇਹ ਤਾਂ ਇਹਨਾਂ ਨੂੰ ਤਾਂ ਮੌਕਾ ਚਾਹੀਦਾ, ਅਦਰਵਾਈਜ਼ ਤੁਸੀਂ ਕੋਈ ਵੀ ਆ ਕੇ ਦੇਖ ਸਕਦਾ। ਸੋ ਇਸ ਕਰਕੇ ਮੈਂ ਸਮਝਦਾ ਸੱਚਮੁੱਚ ਹੀ ਚਾਹੇ ਭਿੰਡਰਾਂਵਾਲੇ ਦੀ ਫੋਟੋ ਦੀ ਗੱਲ ਹੋਵੇ ਤੇ ਚਾਹੇ ਇਹ ਗੱਲ ਹੋਵੇ, ਤੇ ਉਹ ਅੱਜ ਕੱਲ ਲੱਭਦੇ ਫਿਰਦੇ ਨੇ ਇਸ ਇਸ਼ੂ ਨੂੰ। ਜੀ ਸ਼ੁਕਰੀਆ, ਧੰਨਵਾਦ ਤੁਹਾਡਾ ਵਾਲੀਆ ਸਾਹਿਬ। ਸ਼ੁਕਰੀਆ ਜੀ, ਥੈਂਕ ਯੂ।